ਅਪਾਹਜ ਹੋਇਆ 2000 ਸਨ ਦੇ ਵਿੱਚ ਟ੍ਰੇਨ ਲੰਘ ਗਈ ਸੀ, ਮੇਰੇ ਦੋਨੇ ਲੱਤਾਂ ਕੱਟ ਗਈਆਂ ਸੀ। ਤੇ ਉਸ ਤੋਂ ਬਾਅਦ ਇਹ ਸੋਚ ਜਾਂ ਇੱਕ ਕਾਇਨਾਤ ਦਾ ਜਿਹੜਾ ਹੁਕਮ, ਜਿਹਨੂੰ ਆਪਾਂ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਉਹ ਹੁਕਮ ਇੱਕ ਮਨੋਂ ਜਾਂ ਇਹ ਕਹਿ ਲਓ ਕਿ ਹਾਲਾਤ ਨੇ ਬਣਾਇਆ। ਮੇਰੇ ਭਰਾ ਨੇ ਮੈਨੂੰ ਕਿਹਾ ਵੀ ਰਾਮਦਿਆਲ ਤੂੰ ਹੁਣ ਅਪਾਹਜ ਹੈ, ਤੈਨੂੰ ਹੈਲਪ ਦੀ ਲੋੜ ਰਹਿਣੀ ਹੈ, ਤੇ ਤੂੰ ਇੱਦਾਂ ਕਰ, ਡਿਮੋਰਲਾਈਜ਼ ਨਾ ਹੋ ਜਾਈਂ, ਡਿਮੋਰਲਾਈਜ਼ ਚੋਂ ਨਿਕਲ, ਇਹ ਫਰਸਟ੍ਰੇਸ਼ਨ ਚੋਂ ਨਿਕਲ, ਤੇ ਤੂੰ ਲੋਕਾਂ ਦੀ ਕੰਮ ਕਰ, ਲੋਕਾਂ ਦੀ ਸੇਵਾ ਕਰ। ਜੋ ਜਿਹੜੇ ਗਰੀਬ ਬੱਚੇ ਆ ਉਹਨਾਂ ਦੀਆਂ ਲੱਤਾਂ ਵਗੈਰਾ ਸਹੀ ਨਹੀਂ ਗਿਆ, ਉਹਨਾਂ ਲਈ ਤਾਂ ਮੈਂ ਡਾਕਟਰ ਬਣਨਾ ਚਾਹੁੰਦਾ ਗਾ। सर की भी बहुत तारीफ करते हैं कि इन्नी वड्डी इन्हां दी जिंदगी च इन्ना इंसीडेंस होए इन्ना वड्डा, और सर ने फिर भी हिम्मत नहीं हारी। मैनू जीना बड़ा औखा लगता सी, मैं एथलीट सीगा कॉलेज टाइम, तो मैनू इदां लगता सी कि हुण मैं खड़ा ही नहीं हो सकता आर्टिफिशियल लिम्स तो बिना, मैं खड़ा ही नहीं, मैं हुण भी रींग रींग के चलदा, मेरा दिल नहीं सी कर टिकदा नहीं सी, ते मैं जीना नहीं सी चाहुंदा। उन्हां दिनां च फ्रस्ट्रेशन ਜਾਂ ਕਹਿ ਲਓ, ਇਹ ਜਿਹਨੂੰ ਕਹਿ ਲਓ, ਮੈਨੂੰ ਇੰਨਾ ਘੇਰ ਲਿਆ ਸੀ ਮੇਰੇ ਮਨ ਨੂੰ ਕਿ ਮੈਂ ਔਖਾ ਸੀਗਾ, ਬਹੁਤ ਰੋਂਦਾ ਰਹਿੰਦਾ ਸੀਗਾ, ਤੜਫਦਾ ਰਹਿੰਦਾ ਸੀਗਾ, ਇਹ ਸੋਚਦਾ ਰਹਿੰਦਾ ਸੀਗਾ ਕਿ ਮੇਰੀ ਜ਼ਿੰਦਗੀ ਬਚੀ ਹੀ ਨਹੀਂ ਹੈਗੀ, ਮੇਰੇ ਕੋਲ ਕੁਝ ਬਚਿਆ ਹੀ ਨਹੀਂ ਹੈ। ਮੈਨੂੰ ਮੇਰੀ ਮਾਂ ਦੇ ਪੈਰਾਂ ਦੇ ਵਿੱਚ ਵਿਆਹੀਆਂ ਪਾਟੀਆਂ ਹੁੰਦੀਆਂ ਸੀ। मैं बहुत वारी बचपन च तुहानूं रियलिटी दसदा कि उन्हां च मोम पाउंदा हुंदा सी। नैगेटिव भी हैगा, लोग गालां भी कढ़दे आ मैनूं भी क्या यार, ये मैनूं तो इत्थों तक बिलामे मिलदे आ भी पता नहीं हराम दी कमाई आउंदी होनी है, लाई जांदा है इदां दी गल्लां। पर नैगेटिव नूं मैं ज़्यादा पढ़दा, नैगेटिव नूं मैं ज़्यादा चुकदा। पर ना हाँ, गरीबी चों किसी भी हालात चों जे तुहानूं कोई ਕੱਢ ਸਕਦਾ ਹੈ ਤੇ ਉਹ ਐਜੂਕੇਸ਼ਨ ਕੱਢ ਸਕਦਾ ਹੈ। ਜੇ ਤੁਹਾਡਾ ਕੋਈ ਜੀਵਨ ਸਤਰ ਉੱਪਰ ਕਰ ਸਕਦਾ ਹੈ, ਜੇ ਤੁਹਾਨੂੰ ਕੋਈ ਇੱਜ਼ਤ ਦਵਾ ਸਕਦਾ ਹੈ, ਜੇ ਤੁਹਾਨੂੰ ਇਸ ਸਮਾਜ ਦੇ ਵਿੱਚ ਕੁਝ ਦੇਣਾ ਦੇ ਸਕਦਾ ਰੁਤਬਾ, ਤਾਂ ਉਹ ਸਿਰਫ ਔਰ ਸਿਰਫ ਐਜੂਕੇਸ਼ਨ ਦੇ ਸਕਦੀ ਆ, ਜਿਹਦੇ ਕਰਕੇ ਮੈਂ ਆਇਆ। ਕਿਉਂ ਮਿਸ ਕਰ ਦਿੰਦੇ? ਸਾਡੇ ਕੋਲ ਪੈਸੇ ਨਹੀਂ ਹੁੰਦੇ ਜ਼ਿਆਦਾ, ਤੇ ਇਹ ਸਾਡਾ 7ਵਾਂ ਸਾਲ ਹੈ, ਮਤਲਬ ਵਿੱਚ ਗੈਪ ਪਾਉਣ ਤੋਂ ਬਾਅਦ ਇਸ ਵਾਰੀ ਅਸੀਂ 2 ਜ਼ਿਲ੍ਹਿਆਂ ਤੋਂ ਬਾਹਰ ਨਿਕਲੇ ਹਾਂ। ਪਹਿਲਾਂ ਅਸੀਂ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਰੈਗੂਲਰ ਕਰਦੇ ਹਾਂ, ਪਰ ਇਸ ਵਾਰੀ ਅਸੀਂ 4 ਜ਼ਿਲ੍ਹੇ ਕੀਤੇ ਆ, ਪਠਾਨਕੋਟ ਤੇ ਮੋਹਾਲੀ ਨੂੰ ਨਾਲ ਜੋੜਿਆ। ਅਗਲੇ ਸਾਲ ਸਾਡਾ ਪਲਾਨ ਹੈ 5 ਜ਼ਿਲ੍ਹੇ ਕਰਨ ਦਾ। ਗਰੀਬ ਬੱਚਿਆਂ ਨੂੰ ਟਾਰਗੇਟ ਕਰਦੇ ਹਾਂ, ਉਹਨਾਂ ਨੂੰ ਗੌਰਮੈਂਟ ਸਕੂਲਾਂ ਚੋਂ ਪਿਕ ਕਰਦੇ ਹਾਂ, ਕਾਪੀ ਕਿਤਾਬ ਪੈਨਸਲ ਟੀਚਰ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਫ੍ਰੀ। रोजाना स्पोक्समैन तुसी देख रहे हो, मैं हाँ तुहाडे नाल जगसीर सिंह। कई बार किस्मत नखरे बहुत करती है, पर नखरे करने वाली किस्मत नूं कई बार मूँह मोड़ना पै जाता है। अज तुहानूं अजिही उस मिसाल नाल मिलावांगा जो कि हर एक जिले दे विच पंजाब दे जाके बच्चों नूं फ्री दे विच पढ़ा रहा। नियोद्या दे पेपर जिहड़े चल रहे हैं उन्हां दी तैयारी करवा रहे हैं, तां होर भी कई तैयारियां करवाईयां जांदियां ने। फ्री दे विच बच्चों नूं पढ़ाया जांदा, हर एक चीज़ आपदे कोलों प्रोवाइड की जाती है। मैं जो उस स्कूल दे विच बैठा होया, तुसी मेरे पिछे बच्चे भी देख रहे हो कि बैठे हुए ने। अज ऐतवार है, ऐतवार वाले दिन भी बच्चों नूं पढ़ाई दी जिहड़ी एक शुरुआत की गई है। मेरे नाल इंस्पैक्टर रामदयाल जी ने, इन्हां नाल गलबात करते हैं। तो इन्हां दा बहुत वड्डा सहयोग है जिहड़ा अज बच्चों नूं प्राप्त हो रहा है। एड्डी वड्डी मिसाल जिहड़ा पंजाब लई बन रहे हैं। सर पहलां तां स्वागत तुहाडा रोजाना स्पोक्समैन। वेलकम सर, वेलकम, थैंक यू वेरी मच। जिवें कि मैं क्या पेपर की तैयारी हो रही है बिल्कुल फ्री दे विच, पंजाब दे विच कई ਜ਼ਿਲ੍ਹਿਆਂ ਦੇ ਵਿੱਚ ਤੁਸੀਂ ਫੈਲ ਚੁੱਕੇ ਹੋ। ਕੀ ਲੱਗਦਾ ਹੈ, ਕੀ ਸੋਚਿਆ ਸੀ ਵੀ ਇਸ ਮਿਸ਼ਨ ਨੂੰ ਇਸ ਤਰ੍ਹਾਂ ਅਸੀਂ ਅਵੇਅਰ ਕਰ ਸਕਦੇ ਹਾਂ ਲੋਕਾਂ ਨੂੰ? ਬੇਸਿਕਲੀ ਜੀ ਮੈਂ ਅਪਾਹਜ ਹੋਇਆ 2000 ਸਨ ਦੇ ਵਿੱਚ, ਟ੍ਰੇਨ ਲੰਘ ਗਈ ਸੀ, ਮੇਰੇ ਦੋਨੇ ਲੱਤਾਂ ਕੱਟ ਗਈਆਂ ਸੀ। ਤੇ ਉਸ ਤੋਂ ਬਾਅਦ ਇਹ ਸੋਚ ਜਾਂ ਇੱਕ ਕਾਇਨਾਤ ਦਾ ਜਿਹੜਾ ਹੁਕਮ, ਜਿਹਨੂੰ ਆਪਾਂ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਉਹ ਹੁਕਮ ਇੱਕ ਮਨੋਂ ਜਾਂ ਇਹ ਕਹਿ ਲਓ ਕਿ ਹਾਲਾਤ ਨੇ ਬਣਾਇਆ। ਮੇਰੇ ਭਰਾ ਨੇ ਮੈਨੂੰ ਕਿਹਾ ਵੀ ਰਾਮਦਿਆਲ ਤੂੰ ਹੁਣ ਅਪਾਹਜ ਹੈ, ਤੈਨੂੰ ਹੈਲਪ ਦੀ ਲੋੜ ਰਹਿਣੀ ਹੈ, ਤੇ ਤੂੰ ਇੱਦਾਂ ਕਰ, ਡਿਮੋਰਲਾਈਜ਼ ਨਾ ਹੋ ਜਾਈਂ, ਡਿਮੋਰਲਾਈਜ਼ ਚੋਂ ਨਿਕਲ, ਇਹ ਫਰਸਟ੍ਰੇਸ਼ਨ ਚੋਂ ਨਿਕਲ, ਤੇ ਤੂੰ ਲੋਕਾਂ ਦੀ
ਕੰਮ ਕਰ, ਲੋਕਾਂ ਦੀ ਸੇਵਾ ਕਰ। ਤੇ ਉਹ ਗੱਲ ਉਸ ਵੇਲੇ ਤਾਂ ਮੈਨੂੰ ਬੜੀ ਮਾੜੀ ਲੱਗੀ ਵੀ ਯਾਰ ਮੈਂ ਆਪ ਚੱਲ ਨਹੀਂ ਸਕਦਾ। ਮੈਂ ਐਥਲੀਟ ਸੀਗਾ, ਗੌਰਮੈਂਟ ਕਾਲਜ ਹੁਸ਼ਿਆਰਪੁਰ 'ਚ ਪੜ੍ਹਿਆ, ਤੇ ਮੇਰੀਆਂ ਦੋਨੇ ਲੱਤਾਂ ਚਲਾ ਗਈਆਂ। ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਮੇਰੇ ਨਾਲ। ਉਹ ਚੀਜ਼ ਹੌਲੀ ਹੌਲੀ ਮੇਰੇ ਸਮਝ ਆਈ। 2001 'ਚ ਅਸੀਂ ਇਹ ਸ਼ੁਰੂ ਕੀਤਾ। ਉਹ ਮੈਨੂੰ ਪਿੰਡ ਲੈ ਗਏ, ਜਿਹੜਾ ਪਿੰਡ ਮੈਂ ਪੜ੍ਹਿਆ। ਉਸ ਪਿੰਡ ਦੇ ਵਿੱਚ ਜਾ ਕੇ ਅਸੀਂ ਦੇਖਿਆ ਉਸ ਦਿਨ ਬੱਚੇ ਜਿਹੜੇ ਨੰਗੇ ਪੈਰੀਂ ਆਏ ਹੋਏ ਸੀ, ਤੇ ਉਹਨਾਂ ਨੂੰ ਅਸੀਂ ਸ਼ੂਜ਼ ਪ੍ਰੋਵਾਈਡ ਕੀਤੇ ਸੀਗੇ। ਤੇ ਉੱਥੋਂ ਇਹ ਚੱਲਿਆ ਸਿਲਸਿਲਾ। ਹੌਲੀ ਹੌਲੀ ਸੋਝੀ ਨੇ, ਸੁਰਤ ਨੇ ਕੰਮ ਕੀਤਾ। ਮਾਲਕ ਦੀ ਉਸ ਕਾਇਨਾਤ ਦੀ ਕਿਰਪਾ ਹੋਈ, ਤੇ ਮੈਂ ਉਹਦੇ ਵਿੱਚੋਂ ਨਿਕਲਦੇ ਨਿਕਲਦੇ ਇਹ 2005 'ਚ ਸ਼ੁਰੂ ਕੀਤਾ ਸੀਗਾ। ਪਹਿਲੀ ਵਾਰੀ ਅਸੀਂ ਇੱਕ ਸੈਂਟਰ ਖੋਲ੍ਹਿਆ। ਸਾਨੂੰ ਨਵੋਦਿਆ ਦੇ ਡਾਇਰੈਕਟਰ ਮਿਲੇ, ਸ਼੍ਰੀ ਮੋਹਨ ਲਾਲ ਜੀ। ਉਹ ਇੱਥੇ ਰੀਜਨਲ ਡਾਇਰੈਕਟਰ ਸੀਗੇ। ਉਹਨਾਂ ਨੇ ਕਿਹਾ ਵੀ ਰਾਮਦਿਆਲ, ਇਹ 'ਚ ਅਮੀਰ ਬੱਚੇ ਪਾਸ ਹੋ ਰਹੇ ਨੇ, ਸਰਕਾਰ ਦੀ ਸਕੀਮ ਹੈ, ਔਰ ਸਰਕਾਰ ਦੀ ਸਕੀਮ 7 ਸਾਲ ਫ੍ਰੀ ਪੜ੍ਹਾਉਣਾ ਹੈ, ਉੱਥੇ ਰੱਖਣਾ, ਉੱਥੇ ਖਾਣਾ, ਉਹਨਾਂ ਨੂੰ ਕੱਪੜੇ ਵੀ, ਸਭ ਕੁਝ ਸਰਕਾਰ ਨੇ ਦੇਣਾ। ਕਿ ਇਹਦੇ ਵਿੱਚ ਗਰੀਬ ਬੱਚਿਆਂ ਦਾ ਤਾਂ ਕੁਝ ਬਣ ਹੀ ਨਹੀਂ ਰਿਹਾ। ਤੇ ਮੈਂ ਇੱਕ ਸੈਂਟਰ ਚਲਾਇਆ, ਉਹਦੇ ਵਿੱਚ ਸਾਡੇ 7 ਬੱਚੇ ਪਾਸ ਹੋਏ। ਫਿਰ ਇਹ ਹੋ ਗਿਆ, ਜਿਹੜੇ 7 ਬੱਚੇ ਪਾਸ ਹੋਏ ਉਹਨਾਂ ਨੂੰ ਮਿਲਣ ਜਾਣ ਲੱਗ ਗਏ। ਮਿਲਣ ਜਾਣ ਲੱਗ ਗਏ, ਉਹ ਬੱਚੇ ਇੰਟੈਲੀਜੈਂਟ ਹੋ ਗਏ, ਉਹ ਅੰਗਰੇਜ਼ੀ ਬੋਲਣ ਲੱਗ ਗਏ। ਉਹ 7ਵੀਂ 8ਵੀਂ ਤੱਕ ਹੀ ਮੇਰੇ ਨਾਲ ਅੰਗਰੇਜ਼ੀ 'ਚ ਗੱਲਾਂ ਕਰਨ ਲੱਗ ਗਏ। ਫਿਰ ਸਮਝ ਆਉਂਦਾ ਗਿਆ, ਤੇ ਇਸ ਤਰੀਕੇ ਨਾਲ ਹੁਣ ਅਸੀਂ ਵਿੱਚ ਵਿੱਚ ਮਿਸ ਕਰ ਦਿੰਦੇ ਹਾਂ। ਕਿਉਂ ਮਿਸ ਕਰ ਦਿੰਦੇ? ਸਾਡੇ ਕੋਲ ਪੈਸੇ ਨਹੀਂ ਹੁੰਦੇ ਜ਼ਿਆਦਾ। ਤੇ ਇਹ ਸਾਡਾ 7ਵਾਂ ਸਾਲ ਹੈ, ਮਤਲਬ ਵਿੱਚ ਵਿੱਚ ਗੈਪ ਪਾਉਣ ਤੋਂ ਬਾਅਦ। ਇਸ ਵਾਰੀ ਅਸੀਂ 2 ਜ਼ਿਲ੍ਹਿਆਂ ਤੋਂ ਬਾਹਰ ਨਿਕਲੇ ਹਾਂ। ਪਹਿਲਾਂ ਅਸੀਂ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਰੈਗੂਲਰ ਕਰਦੇ ਹਾਂ, ਪਰ ਇਸ ਵਾਰੀ ਅਸੀਂ 4 ਜ਼ਿਲ੍ਹੇ ਕੀਤੇ ਆ। ਪਠਾਨਕੋਟ ਤੇ ਮੋਹਾਲੀ ਨੂੰ ਨਾਲ ਜੋੜਿਆ। ਅਗਲੇ ਸਾਲ ਸਾਡਾ ਪਲਾਨ ਹੈ 5 ਜ਼ਿਲ੍ਹੇ ਕਰਨ ਦਾ। ਗਰੀਬ ਬੱਚਿਆਂ ਨੂੰ ਟਾਰਗੇਟ ਕਰਦੇ ਹਾਂ, ਉਹਨਾਂ ਨੂੰ ਗੌਰਮੈਂਟ ਸਕੂਲਾਂ 'ਚੋਂ ਪਿਕ ਕਰਦੇ ਹਾਂ। ਕਾਪੀ, ਕਿਤਾਬ, ਪੈਨਸਲ, ਟੀਚਰ, ਜੋ ਉਹਨਾਂ ਦੀ ਰਿਕੁਆਇਰਮੈਂਟ ਹੈ, ਫ੍ਰੀ ਹਰ ਛੁੱਟੀ ਵਾਲਾ ਦਿਨ। ਕਿਉਂਕਿ ਬੱਚੇ ਨੇ 5ਵੀਂ ਵੀ ਪਾਸ ਕਰਨੀ ਹੈ, 5ਵੀਂ ਕਲਾਸ 'ਚੋਂ ਪੜ੍ਹਦਾ ਹੋਣਾ ਚਾਹੀਦਾ। ਉਹਨਾਂ ਦੇ ਪ੍ਰੋਗਰਾਮ ਮੁਤਾਬਕ, ਉਹਨਾਂ ਦੀ ਸਕੀਮ ਮੁਤਾਬਕ ਉਹਨੂੰ ਅਸੀਂ ਇਨਰੋਲ ਕਰਦੇ ਹਾਂ, ਫਾਰਮ ਭਰਵਾਉਂਦੇ ਹਾਂ, ਅਤੇ ਉਹਦੀ ਹਰ ਛੁੱਟੀ ਯੂਜ਼ ਕਰਦੇ ਹਾਂ, ਕੋਚਿੰਗ ਦਿੰਦੇ ਹਾਂ। ਉਹ ਬਹਾਨਾ ਨਾ ਮਾਰੇ ਕਿ ਮੇਰੇ ਕੋਲ ਕਿਤਾਬ ਹੈ ਨਹੀਂ, ਉਹ ਬਹਾਨਾ ਨਾ ਮਾਰੇ ਮੇਰੇ ਕੋਲ ਪੈਨਸਲ ਹੈ ਨਹੀਂ, ਉਹ ਬਹਾਨਾ ਨਾ ਮਾਰੇ ਮੇਰੇ ਕੋਲ ਕਾਪੀ, ਮੇਰਾ ਉਹ ਸਾਰੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਕਰਾਉਂਦੇ ਹਾਂ। ਅਤੇ ਗੌਰਮੈਂਟ ਸਕੂਲਾਂ 'ਚ ਹੀ ਕਮਰੇ ਲੈਂਦੇ ਹਾਂ, ਉੱਥੇ ਹੀ ਆਪਣੀ ਛੁੱਟੀਆਂ ਇਹ ਸਾਡੇ 47 ਤੋਂ ਲੈ ਕੇ 52 ਡੇਜ਼ ਬਣਦੇ ਆ। 6 ਮਹੀਨੇ ਪਹਿਲਾਂ ਸ਼ੁਰੂ ਕਰਦੇ ਹਾਂ। ਹੁਣ 30 ਅਪ੍ਰੈਲ ਨੂੰ ਪੇਪਰ ਹੈ, ਅਤੇ ਇਸ ਵੇਲੇ ਸਾਡਾ ਪੀਕ 'ਤੇ ਚੱਲ ਰਿਹਾ। ਅਤੇ ਇਹ ਸਾਡੀ ਸਕੀਮ ਹੈ ਕਿ ਬੱਚੇ ਗਰੀਬ ਉੱਥੇ ਪਹੁੰਚ ਜਾਣ, ਉਹਨਾਂ ਦਾ ਇਨਵਾਇਰਮੈਂਟ ਬਦਲ ਜਾਏ, ਉਹਨਾਂ ਦੀ ਸਾਈਕੋਲੋਜੀਕਲ ਜਿਹੜੀ ਆ ਰਿਕੁਆਇਰਮੈਂਟ ਪੂਰੀ ਹੋ ਜਾਏ ਐਜੂਕੇਸ਼ਨ ਵਾਲੀ। ਇੱਦਾਂ ਚੱਲ ਰਿਹਾ ਜੀ ਸਰ। ਆਪਾਂ ਅਕਸਰ ਸੁਣਦੇ ਹਾਂ, ਇੱਕ ਬੜੀ ਚੰਗੀ ਗੱਲ ਲਿਖੀ ਹੋਈ ਹੈ ਕਿਸੇ ਨੇ, ਕਿ ਤੁਸੀਂ ਗਰੀਬੀ ਦੇ ਵਿੱਚ ਜੰਮਦੇ ਹੋ ਤਾਂ ਤੁਹਾਡਾ ਕਸੂਰ ਨਹੀਂ ਹੈਗਾ, ਜੇ ਅਗਰ ਤੁਸੀਂ ਗਰੀਬੀ ਦੇ ਵਿੱਚ ਮਰਦੇ ਹੋ ਤਾਂ ਤੁਹਾਡਾ ਸਭ ਤੋਂ ਵੱਡਾ ਕਸੂਰ ਹੈ, ਤੁਸੀਂ ਮਿਹਨਤ ਨਹੀਂ ਕਰਦੇ। ਪਰ ਉਸ ਦੇ ਲਈ ਤੁਸੀਂ ਬਹੁਤ ਵੱਡੀ ਮਿਸਾਲ ਬਣ ਰਹੇ ਹੋ, ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਹੋ। ਆਪ ਦਾ ਨਹੀਂ ਸੋਚਿਆ ਵੀ ਤੁਸੀਂ ਆਪ ਵੀ ਨਹੀਂ ਹਾਰੇ, ਵੀ ਮੇਰੀਆਂ ਲੱਤ ਨਹੀਂ ਰਹੀ, ਪੈਰ ਨਹੀਂ ਰਿਹਾ, ਪਰ ਮੈਂ ਫਿਰ ਵੀ ਨਹੀਂ ਹਿੰਮਤ ਆ ਰਹੀ, ਤਾਂ ਜਿਵੇਂ ਕਿਸਮਤ ਦਾ ਮੂੰਹ ਮੋੜ ਕੇ ਅੱਗੇ ਆਇਆ। ਬੇਸਿਕਲੀ ਸਰ, ਗਰੀਬੀ 'ਚ ਜੰਮਣਾ ਜਾਂ ਗਰੀਬੀ 'ਚ ਮਰਨ ਵਾਲੀ ਜਿਹੜੀ ਕਹਾਵਤ ਹੈ, ਉਹ ਤੁਹਾਡੀ ਬਹੁਤ ਵੱਡੀ ਗੱਲ ਆ। ਮੈਂ ਤਾਂ ਇੱਕ ਸ਼ੁਰੂਆਤ ਜੀ ਕਰਦਾ, ਕਿਉਂਕਿ ਮੇਰਾ ਕੋਈ ਇੱਦਾਂ ਦਾ ਨਹੀਂ ਹੈ ਕਿ ਥਿਊਰੀ ਜਾਂ ਕੋਈ ਬਹੁਤ ਵੱਡੀ ਫਿਲੋਸਫੀ। ਆਈ ਐਮ ਫੋਲੋਇੰਗ ਮਾਈ ਸੈਲਫ। ਮੈਂ ਤਾਂ ਆਪਣੀ ਭੁਗਤ ਗਿਆਨ ਨੂੰ ਜੀ ਰਿਹਾ। ਮੈਨੂੰ ਮੇਰੀ ਮਾਂ ਦੇ ਪੈਰਾਂ ਦੇ ਵਿੱਚ ਵਿਆਹੀਆਂ ਪਾਟੀਆਂ ਹੁੰਦੀਆਂ ਸੀ। ਮੈਂ ਬਹੁਤ ਵਾਰੀ ਬਚਪਨ 'ਚ, ਤੁਹਾਨੂੰ ਰਿਐਲਿਟੀ ਦੱਸਦਾ, ਕਿ ਉਹਨਾਂ 'ਚ ਮੋਮ ਪਾਉਂਦਾ ਹੁੰਦਾ ਸੀ। ਅਤੇ ਮੈਂ ਸੋਚਦਾ ਹੁੰਦਾ ਸੀ, ਅੱਜ ਤੁਹਾਨੂੰ ਮੈਂ ਆਪਣੇ ਮਨ ਦੀ ਗੱਲ ਦੱਸਣ ਲੱਗਾ, ਇਹ ਪਹਿਲੀ ਵਾਰੀ ਸ਼ੇਅਰ ਕੀਤੀ ਜ਼ਿੰਦਗੀ 'ਚ, ਕਿ ਇੱਕ ਵਾਰੀ ਮੈਂ ਗੁਰਦੁਆਰੇ ਬੈਠਾ ਸੀਗਾ, ਛੋਟਾ ਬੱਚਾ ਸੀਗਾ, ਮੈਂ 5ਵੀਂ 6ਵੀਂ 'ਚ ਹੋਊਂਗਾ, ਅਤੇ ਉੱਥੇ ਗੁਰਦੁਆਰੇ ਮੱਥਾ ਟੇਕਣ ਆਏ, ਕਿਉਂਕਿ ਉਦੋਂ ਗੁਰਪੁਰਬ ਸੀਗਾ। ਉਹ ਮੱਥਾ ਟੇਕਣ ਆਏ, ਸਾਰੇ ਲੋਕ ਬੈਠੇ, ਵਿੱਚ ਦੀ ਉਹ ਬੰਦਾ ਲੰਘ ਕੇ ਮੱਥਾ ਟੇਕਣ ਗਿਆ। ਜਦੋਂ ਮੱਥਾ ਟੇਕਿਆ ਨਾ, ਮੈਂ ਉਹਦੀਆਂ ਅੱਡੀਆਂ ਦੇਖੀਆਂ। ਉਹਦੀਆਂ ਅੱਡੀਆਂ ਬਿਲਕੁਲ ਸਾਫ਼, ਚਿੱਟੀਆਂ ਸਾਫ਼ ਸੀਗੀਆਂ। ਅਤੇ ਮੈਂ ਪਹਿਲੀ ਵਾਰੀ ਉਹਦੀਆਂ ਅੱਡੀਆਂ ਜਦੋਂ ਦੇਖੀਆਂ ਮੱਥਾ ਟੇਕਦੇ ਦੀਆਂ, ਅਤੇ ਮੈਨੂੰ ਐਂ ਲੱਗਿਆ ਕਿ ਯਾਰ ਇੱਦਾਂ ਦੀਆਂ ਅੱਡੀਆਂ ਵੀ ਹੁੰਦੀਆਂ। ਮੈਂ ਤਾਂ ਆਪਣੀ ਮਾਂ ਦੀਆਂ ਅੱਡੀਆਂ, ਆਪਣੀਆਂ ਪੈਰ, ਆਪਣੇ ਹੱਥ ਦੇਖਦਾ ਹੁੰਦਾ ਸੀ, ਮਾਂ ਦੇ ਅੱਡੀਆਂ ਦੀਆਂ ਵਿਆਹੀਆਂ ਪਾਟੀਆਂ ਹੁੰਦੀਆਂ ਸੀ। ਅਤੇ ਮੈਨੂੰ ਰੱਬ ਕੋਲੇ, ਮੈਂ ਮਤਲਬ ਗੁਰਦੁਆਰੇ ਹੀ ਬੈਠਾ ਸੀਗਾ, ਅਤੇ ਮੈਨੂੰ ਇੱਦਾਂ ਲੱਗਿਆ, ਮੇਰੇ ਮਨ 'ਚ ਇਹ ਗੱਲ ਜਾਗੀ ਕਿ ਰਾਮਦਿਆਲ, ਮੇਰੇ ਵੀ ਪੈਰ ਇੱਦਾਂ ਦੇ ਹੋਣਗੇ ਕਦੇ। ਚਲੋ ਅੱਜ ਮੇਰੇ ਪੈਰ ਨਹੀਂ ਰਹੇ, ਪਰ ਮੈਂ ਉਸ ਗਰੀਬੀ 'ਚੋਂ ਨਿਕਲਿਆ। ਅਤੇ ਮੈਂ ਨਿਕਲਿਆ ਸਿਰਫ ਔਰ ਸਿਰਫ ਐਜੂਕੇਸ਼ਨ ਕਰਕੇ ਆ। ਮੈਨੂੰ ਕੋਈ ਚੀਜ਼ ਨਹੀਂ ਕੱਢ ਸਕਦੀ ਸੀ।
ਤੁਸੀਂ ਗੱਲ ਜਿਹੜੀ ਕਰ ਰਹੇ ਹੋ ਉਹੀ ਗੱਲ ਮੈਂ ਕਰ ਰਿਹਾ ਕਿ ਗਰੀਬੀ 'ਚ ਮਰਨਾ। ਹਾਂ, ਗਰੀਬੀ 'ਚੋਂ ਕਿਸੇ ਵੀ ਹਾਲਾਤ 'ਚੋਂ ਜੇ ਤੁਹਾਨੂੰ ਕੋਈ ਕੱਢ ਸਕਦਾ ਹੈ ਤੇ ਉਹ ਐਜੂਕੇਸ਼ਨ ਕੱਢ ਸਕਦੀ ਹੈ। ਜੇ ਤੁਹਾਡਾ ਕੋਈ ਜੀਵਨ ਸਤਰ ਉੱਪਰ ਕਰ ਸਕਦਾ ਹੈ, ਜੇ ਤੁਹਾਨੂੰ ਕੋਈ ਇੱਜ਼ਤ ਦਵਾ ਸਕਦਾ ਹੈ, ਜੇ ਤੁਹਾਨੂੰ ਇਸ ਸਮਾਜ ਦੇ ਵਿੱਚ ਕੁਝ ਦੇ ਸਕਦਾ ਰੁਤਬਾ, ਤਾਂ ਉਹ ਸਿਰਫ ਐਜੂਕੇਸ਼ਨ ਦੇ ਸਕਦੀ ਆ, ਜਿਹਦੇ ਕਰਕੇ ਮੈਂ ਆਇਆ। ਮੇਰੇ 2 ਵੱਡੇ ਭਰਾ ਆ, ਉਹ DIG ਇੱਕ ਰਿਟਾਇਰ ਹੋਏ ਨੇ BSF 'ਚੋਂ, ਇੱਕ ਨਵੋਦਿਆ ਸਕੂਲਾਂ 'ਚੋਂ ਕਮਿਸ਼ਨ ਰਿਟਾਇਰ ਹੋਏ ਨੇ। ਇਹ ਸਿਰਫ ਕਿੱਥੋਂ ਹੋਇਆ? ਸਾਨੂੰ ਸਵੇਰੇ ਕਈ ਵਾਰੀ ਪਤਾ ਲੱਗ ਜਾਂਦਾ ਸੀ ਫਿਰ ਰੋਟੀ ਸ਼ਾਮ ਦੀ ਮਿਲਣੀ ਕਿ ਨਹੀਂ ਮਿਲਣੀ। ਇੱਦਾਂ ਦੀ ਗਰੀਬੀ 'ਚੋਂ ਆਇਆ ਮੈਂ, ਤੇ ਗਰੀਬੀ 'ਚ ਮਰਨਾ ਜਿਹੜੀ ਗੱਲ ਹੈ ਉਹ ਇੱਕ ਗਿਆਨ ਦੀ ਗੱਲ ਤੁਸੀਂ ਕਰ ਰਹੇ ਹੋ, ਵੱਡੀ ਗੱਲ ਕਰ ਰਹੇ ਹੋ ਕਿ ਜਦੋਂ ਤੁਹਾਨੂੰ ਇਹ ਚੀਜ਼ਾਂ ਸਮਾਜ ਸਿਖਾ ਦਿੰਦਾ ਹੈ, ਨੌਲੇਜ ਆ ਜਾਂਦੀ ਹੈ, ਪੜ੍ਹਾਈ ਕਰ ਲੈਂਦੇ ਹੋ, ਫਿਰ ਤੁਸੀਂ ਗਰੀਬੀ 'ਚ ਨਹੀਂ ਮਰ ਸਕਦੇ। ਇਹ ਤੁਹਾਨੂੰ ਕੱਢ ਲਊਗੀ ਐਜੂਕੇਸ਼ਨ, ਐਜੂਕੇਸ਼ਨ ਤੁਹਾਨੂੰ ਕੱਢ ਲਊਗੀ। ਬਹੁਤ ਜ਼ਰੂਰੀ ਹੈ ਪੜ੍ਹਾਈ ਇੱਕ ਬੱਚੇ ਲਈ, ਕਿਉਂਕਿ ਸ਼ੁਰੂਆਤ ਹੁੰਦੀ ਹੈ। ਸਰ ਤੁਸੀਂ ਅਕਸਰ ਆਉਂਦੇ ਹੋ, ਅਕਸਰ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਹੋ, ਜਿੱਥੇ ਵੀ ਤੁਸੀਂ ਇਹ ਪ੍ਰੋਗਰਾਮ ਕਰਵਾਉਂਦੇ ਹੋ ਬੱਚਿਆਂ ਨੂੰ ਪੜ੍ਹਾਉਣ ਦਾ, ਤਾਂ ਕਦੇ ਫੀਲ ਨਹੀਂ ਹੁੰਦਾ ਵੀ ਮੈਂ ਅੱਜ ਤੁਰਿਆ ਫਿਰਦਾ ਬੱਚਿਆਂ ਲਈ ਮਿਸਾਲ ਬਣਿਆ, ਪਰ ਆਪਦੇ ਆਪ ਨੂੰ ਕਦੇ ਦੇਖ ਕੇ ਵੀ ਮੈਂ ਅੱਜ ਇੰਸਪੈਕਟਰ ਵੀ ਹਾਂ, ਮੈਂ ਉਸ ਥਾਂ ਤੋਂ ਉੱਠਿਆ ਜਿੱਥੇ ਕੁਝ ਵੀ ਨਹੀਂ ਸੀਗਾ, ਮੈਂ ਹਿੰਮਤ ਨਹੀਂ ਹਾਰੀ, ਪਰ ਅੱਜ ਮੈਂ ਉੱਥੇ ਪਹੁੰਚਿਆ ਬੱਚਿਆਂ ਨੂੰ ਵੀ ਉਹ ਮੁਕਾਮ ਹਾਸਿਲ ਕਰਨਾ। ਮੈਂ ਇੱਕ ਬੱਚੇ ਨਾਲ ਗੱਲਬਾਤ ਕਰ ਰਿਹਾ ਸੀ, ਉਹ ਕਹਿੰਦੇ ਵੀ ਮੈਂ ਡਾਕਟਰ ਬਣਨਾ, ਸਰ ਦੀਆਂ ਲੱਤਾਂ ਨਹੀਂ ਹੈਗੀਆਂ, ਪਰ ਮੈਂ ਜਿਨ੍ਹਾਂ ਦੀਆਂ ਲੱਤਾਂ ਨਹੀਂ ਹੁੰਦੀਆਂ ਉਹਨਾਂ ਲਈ ਡਾਕਟਰ ਬਣਨਾ, ਉਹਨਾਂ ਦੀ ਫ੍ਰੀ 'ਚ ਸੇਵਾ ਕਰਾਂਗਾ। ਵਾਹ, ਇਹ ਬੱਚੇ ਦਾ ਉਹਦਾ ਮਤਲਬ ਕਦਰ ਆ, ਜਾਂ ਉਹਦੇ ਮਨ 'ਚ ਕਰਮਾਨ ਜਾਗ ਰਿਹਾ ਮੈਨੂੰ ਦੇਖ ਕੇ ਜਾਂ ਕਿਸੇ ਨੂੰ ਵੀ ਦੇਖ ਕੇ, ਇਹ ਬਹੁਤ ਵੱਡੀ ਗੱਲ ਆ। ਬਸ ਇਹੀ ਆ, ਚਿਣਗ ਲਾਉਣੀ, ਅੱਗ ਲਾਉਣੀ ਇਹਨਾਂ ਦੇ ਅੰਦਰ ਭਾਂਬੜ ਬਾਲ ਦੇਣਾ ਕਿ ਐਜੂਕੇਸ਼ਨ ਤੋਂ ਬਿਨਾਂ ਨਹੀਂ ਹੋਣਾ। ਇਹ ਗਰੀਬੀ ਤਾਂ ਬਹੁਤ ਛੋਟੀਆਂ ਚੀਜ਼ਾਂ, ਇਹ ਸਮਾਜ ਤੁਹਾਨੂੰ ਫੋਲੋ ਕਰਨ ਲੱਗ ਜਾਏਗਾ, ਤੁਸੀਂ ਮੈਂਟਰ ਬਣ ਜਾਓਗੇ ਲੋਕਾਂ ਦੇ, ਸਿਰਫ ਐਜੂਕੇਸ਼ਨ ਕਰਕੇ। ਇਹੀ ਅੱਗ ਮੈਂ ਲਾਉਣਾ, ਇਸ ਅੱਗ ਨੇ ਮੈਨੂੰ ਉਸ ਗਰੀਬੀ 'ਚੋਂ ਕੱਢਿਆ, ਇਸ ਅੱਗ ਨੇ, ਇਸ ਪੜ੍ਹਾਈ ਨੇ ਹੀ ਮੈਨੂੰ UNO ਤੱਕ ਲੈ ਗਈ। ਮੈਂ UNO ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ, ਉੱਥੇ ਨੌਕਰੀ ਕਰਕੇ ਆਇਆ ਸਿਰਫ ਔਰ ਸਿਰਫ ਪੜ੍ਹਾਈ ਕਰਕੇ। ਇਹੀ ਮੈਂ ਭੁਗਤ ਗਿਆਨ 'ਚੋਂ ਹੀ ਗੱਲਾਂ ਇਹਨਾਂ ਨੂੰ ਦੱਸ ਰਿਹਾ। ਇਹ 5ਵੀਂ ਦੇ ਬੱਚੇ ਨੇ, ਬਹੁਤ ਘੱਟ ਸਮਝਦੇ ਨੇ। ਮੈਂ ਟਾਰਗੇਟ ਕਰਦਾ +1 +2 ਦੇ ਬੱਚਿਆਂ ਨੂੰ। ਭਗਤ ਸਿੰਘ ਦੇ ਪਿੰਡ ਅਸੀਂ ਹਰ ਸਾਲ ਫੰਕਸ਼ਨ ਕਰਦੇ ਹਾਂ, 500 ਬੱਚਿਆਂ ਨੂੰ ਲਿਜਾਂਦੇ ਹਾਂ। ਇੱਦਾਂ ਦੀਆਂ ਛੋਟੀਆਂ ਗੱਲਾਂ ਕਰੀ ਜਾਂਦੇ ਹਾਂ। ਪਰ ਆਹ ਜਿਹੜੀ ਤੁਸੀਂ ਗੱਲ ਦੱਸੀ ਆ ਕਿ ਬੱਚੇ ਨੇ ਬੋਲਿਆ ਕਿ ਜਿਨ੍ਹਾਂ ਦੀਆਂ ਲੱਤਾਂ ਨਹੀਂ ਆ ਮੈਂ ਉਹਨਾਂ ਦੀਆਂ ਸੇਵਾ ਕਰਾਂਗਾ, ਇਹ ਸ਼ਾਇਦ ਇੱਦਾਂ ਹੀ ਚਿਣਗ ਲੱਗੀ ਹੋਣੀ ਆ, ਇੱਦਾਂ ਹੀ ਗੱਲ ਹੋਈ ਹੋਣੀ ਆ। ਅਤੇ ਇੱਦਾਂ ਦੀ ਚਿਣਗ ਲਾਉਣ ਦਾ ਹੀ ਮੇਰਾ, ਇੱਦਾਂ ਦੀ ਅੱਗ ਲਾਉਣ ਦਾ ਹੀ, ਇੱਦਾਂ ਦੇ ਭਾਂਬੜ ਜਗਾਉਣ ਦਾ ਹੀ ਮੇਰਾ ਮਿਸ਼ਨ ਆ, ਜਿਹਦਾ ਨਾਮ ਹੈ ਅਵੇਅਰਨੈਸ ਮਿਸ਼ਨ ਰੱਖਿਆ। ਅਵੇਅਰਨੈਸ, ਇਨਰ ਅਵੇਅਰਨੈਸ। ਮੈਂ ਇਹਨਾਂ ਤੋਂ ਇਹ ਨਹੀਂ ਦੇਖਦਾ ਕਿ ਗਰੀਬ ਨੇ, ਮੈਂ ਇਹਨਾਂ ਨੂੰ ਇੱਦਾਂ ਦੇਖਦਾ ਕਿ ਰਾਮ ਦਿਆਲ ਨੇ, ਇਹ ਸ਼ਾਮ ਦਿਆਲ ਨੇ, ਇਹ ਵੀ ਇੱਦਾਂ ਹੀ ਆ ਸਕਦੇ ਜਿੱਦਾਂ ਮੈਂ ਗਿਆ। ਮੈਂ ਜੇ ਪੜ੍ਹ ਕੇ UN ਤੱਕ ਜਾ ਸਕਦਾ ਤਾਂ ਇਹ ਤਾਂ ਦੁਨੀਆ ਦੀਆਂ ਵੱਡੇ ਸੰਗਠਨ ਬਣ ਰਹੇ, ਪਹੁੰਚ ਜਾਣਗੇ। ਬਸ ਇੱਕੋ ਹੀ ਚੀਜ਼ ਹੈ ਕਿ ਇਹਨਾਂ ਨੂੰ ਉਸ ਇਨਵਾਇਰਨਮੈਂਟ 'ਚੋਂ ਕੱਢਣ ਦੀ ਲੋੜ ਹੈ ਜਿੱਥੇ ਇਹ ਰੋਜ਼ ਧੱਕੇ ਖਾ ਰਹੇ ਆ। ਅਤੇ ਨਵੋਦਿਆ ਇੱਕ ਇੱਦਾਂ ਦਾ ਇੰਸਟੀਟਿਊਸ਼ਨ ਹੈ ਜਿੱਥੇ ਉਹ ਰੱਖਦੇ ਆ, ਰਹਿੰਦੇ ਉੱਥੇ, ਖਾਂਦੇ ਪੀਂਦੇ ਸਾਰਾ ਕੁਝ ਸਰਕਾਰੀ ਆ, ਬਸ ਉੱਥੇ ਪਹੁੰਚਾਉਣਾ ਇਹਨਾਂ ਨੂੰ। ਇਹ ਮੈਂ ਕਰ ਰਿਹਾ। ਸਰ ਸਾਰਾ ਦਿਨ ਫਿਰ ਇਹ ਜਿਵੇਂ ਮੈਨੇਜ ਕਰਦੇ ਹੋ, ਚੰਡੀਗੜ੍ਹ ਪੁਲਿਸ ਦੇ ਵਿੱਚ ਇੰਸਪੈਕਟਰ ਵੀ ਹੋ ਤੁਸੀਂ, ਤਾਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬੱਚਿਆਂ ਦੇ ਵੱਲ ਧਿਆਨ ਰੱਖਣਾ, ਆਪਣੀ ਸਿਹਤ ਵੱਲ ਧਿਆਨ ਰੱਖਣਾ, ਕਿਵੇਂ ਸਾਰਾ ਕੁਝ ਕਰ ਲੈਂਦੇ ਤੁਸੀਂ? ਬੇਸਿਕਲੀ ਸਰ ਇਹ ਕੁਐਸਚਨ ਦਾ ਤੁਹਾਡਾ ਜਵਾਬ ਇੰਨਾ ਕਿ ਮੇਰਾ ਸੱਚ ਆ ਕਿ ਜਦੋਂ ਤੁਹਾਡੇ ਕਿਤੇ ਚਿਣਗ ਬਲ ਰਹੀ ਹੈ ਨਾ, ਤੁਹਾਡੇ ਰੋਸ਼ਨੀ ਅੰਦਰ ਹੋ ਗਈ ਹੈ ਨਾ, ਅਤੇ ਉਦੋਂ ਤੁਸੀਂ ਟਿਕ ਕੇ ਨਹੀਂ ਫਿਰ ਬੈਠਦੇ, ਉਦੋਂ ਤੁਸੀਂ ਟਿਕੇ ਹੀ ਨਹੀਂ ਸਕਦੇ। ਮੇਰੇ ਨਾਲ ਮੇਰੇ ਸਾਥੀ ਵੀ ਤੁਹਾਨੂੰ ਮਿਲਾਊਂਗਾ, ਸਰਦਾਰ ਕਿਰਪਾਲ ਸਿੰਘ ਜੀ ਨੇ, ਉਹਨਾਂ ਨੇ ਇੱਦਾਂ ਦੇ ਹੋਰ ਬੰਦੇ ਨੇ, ਕਿਰਪਾਲ ਸਿੰਘ ਜੀ ਵਰਗੇ ਮੇਰੇ ਸਰਾਊਂਡਿੰਗ 'ਚ ਰਹਿੰਦੇ ਨੇ। ਉਹ ਮੈਂ ਆਪਣੀ ਗੱਲ ਤੁਹਾਨੂੰ ਦੱਸਦਾ, ਮੇਰੇ ਕੋਲ ਅੱਜ ਬੈਠੇ ਨੇ, ਉਹ ਆ ਜਾਣਾ ਉਹਨਾਂ ਨੇ, ਉਹ ਹੈਗੇ ਨੇ ਹਰਨੇਕ ਸਿੰਘ ਚੁੰਨੀ। ਇੱਕ ਦਿਨ ਮੈਂ ਉਹਨਾਂ ਨੂੰ ਕੁਐਸਚਨ ਪੁੱਛਿਆ ਕਿ ਜਪਜੀ ਸਾਹਿਬ ਮੈਂ ਗਾਉਂਦਾ ਸਵੇਰੇ ਉੱਠ ਕੇ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਕੀ ਲਿਖਿਆ, ਜੀ ਜਾਤ ਰੰਗਾਂ ਕੇ ਨਾਉ ਸਭਨਾ ਲਿਖਿਆ ਬੁੜੀ ਕਲਾਉ। ਮੈਂ ਬਾਬੇ ਦੀ ਗੱਲ ਉਹਨਾਂ ਨਾਲ ਸ਼ੇਅਰ ਕੀਤੀ ਵੀ ਮੈਨੂੰ ਨਹੀਂ ਲੱਗਦਾ ਵੀ ਜਾਤ ਬੁੜੀ ਕਲਾਮ ਨੇ ਲਿਖੀ ਹੋਏਗੀ, ਠੀਕ ਹੈ ਨਾ। ਜੀ ਲੋਕਾਂ ਬਣਾਏ ਆ, ਜੀਵ ਬਣਾਏ ਆ, ਜੰਤ ਬਣਾਏ ਆ, ਅਤੇ ਇਹ ਜਾਤ ਵੀ ਬਣਾਈ ਆ ਰੱਬ ਨੇ, ਬੁੜੀ ਕਲਾਮ ਨੇ, ਵੱਡੀ ਕਲਮ ਨੇ ਲਿਖੀ ਆ। ਉਹਨੇ ਮੈਨੂੰ ਸਮਝਾਇਆ ਕਿ ਨਹੀਂ, ਇਹ ਜੰਤ ਆ, ਜਾਤ ਨਹੀਂ ਹੈ, ਇਹ ਜਾਤ ਨਾ ਪੜ੍ਹੋ ਇਹਨੂੰ। ਇੱਦਾਂ ਦੇ ਮਿਲ ਕੇ ਅੱਗੇ ਚੱਲੀ ਜਾਂਦੇ। ਉਹ ਮੇਰੇ ਮੈਂਟਰ ਨੇ, ਹਰ ਇੱਕ ਬੰਦਾ ਮੈਂਟਰ ਆ, ਉਹ ਬੰਦਾ ਤੁਹਾਡਾ ਚਾਨਣ ਮਨਾਰਾ ਆ, ਅਤੇ ਤੁਸੀਂ ਚੱਲੀ ਜਾਂਦੇ ਹੋ। ਅੱਜ ਕੱਲ੍ਹ ਮੇਰੇ ਨਾਲ ਇੱਕ ਮੇਰੇ ਦੋਸਤ ਆ, ਉਹ ਉਹਨਾਂ ਦੇ ਬ੍ਰਦਰ ਨੇ ਬਹੁਤ ਕੰਮ ਕੀਤਾ, ਰਮੇਸ਼ ਜੀ ਉਹਨਾਂ ਦਾ ਨਾਂ ਆ, ਅਤੇ ਉਹ ਵੀ ਤੁਹਾਨੂੰ ਸ਼ਾਇਦ ਮਿਲਣਗੇ।
ਉਹ ਬੰਦੇ ਨੂੰ ਮੈਂ ਫੋਲੋ ਕਰਦਾ ਸੀਗਾ ਪਿੰਡਾਂ 'ਚ ਜਾ ਕੇ, ਉਹ ਪਿੰਡਾਂ 'ਚ ਜਾ ਕੇ ਜੋਤਾਂ ਜਗਾਉਂਦਾ ਸੀ, ਇਹੀ ਮੋਟੀਵੇਟ ਕਰਦਾ ਸੀ ਲੋਕਾਂ ਨੂੰ ਐਜੂਕੇਸ਼ਨ ਲਈ, ਠੀਕ ਹੈ ਨਹੀਂ। ਰਾਓ ਵਰਿੰਦਰਾ ਉਹਦਾ ਨਾਂ ਸੀ। ਮੈਂ 2 ਦਿਨ ਉਹਦੇ ਨਾਲ ਗਿਆ ਪਿੰਡਾਂ 'ਚ, ਆਪਣੀ ਕਾਰ 'ਚ ਬਿਠਾ ਕੇ ਲੱਗਿਆ, ਤੇ ਜਦੋਂ ਗਿਆ ਮੈਂ ਦੇਖਿਆ ਯਾਰ ਇਹ ਤਾਂ ਕਮਾਲ ਦਾ ਬੰਦਾ, ਥੱਕਦਾ ਹੀ ਨਹੀਂ। ਮੋਟਰਸਾਈਕਲ ਤੇ 300 ਕਿਲੋਮੀਟਰ ਦਿਹਾੜੀ ਚੱਲਦਾ। ਇੱਦਾਂ ਤੁਹਾਡੇ ਆਲੇ ਦੁਆਲੇ ਜੋਤਾਂ ਜਗਦੀਆਂ ਨੇ, ਤੁਸੀਂ ਉਹਨਾਂ ਨੂੰ ਜਦੋਂ ਪੜ੍ਹ ਲੈਂਦੇ ਹੋ, ਉਹਨਾਂ ਨੂੰ ਖਾ ਲੈਂਦੇ ਹੋ, ਪੀ ਲੈਂਦੇ ਹੋ, ਤੁਰੇ ਫਿਰਦੇ ਹੋ। ਮੇਰੇ ਵੀ ਅੱਗ ਲੱਗੀ ਹੋਈ ਹੈ, ਮੈਂ ਵੀ ਤੁਰਿਆ ਫਿਰਦਾ। ਸਹਿਯੋਗ ਕਿਵੇਂ ਰਹਿੰਦਾ ਇੱਥੇ ਬੱਚਿਆਂ ਦਾ, ਤਾਂ ਮਾਪਿਆਂ ਦਾ ਸਹਿਯੋਗ ਕਿਵੇਂ ਰਹਿੰਦਾ? ਤੁਸੀਂ ਲਗਾਤਾਰ ਸਹਿਯੋਗ ਲਈ ਜੀ ਮੈਂ ਤੁਹਾਨੂੰ ਦੱਸਦਾ ਕਿ ਕਮੀ ਰਹਿੰਦੀ ਆ ਉਹਨਾਂ ਦੀ, ਪਰ ਅਸੀਂ ਮੋਟੀਵੇਟ ਕਰਦੇ ਰਹਿੰਦੇ ਹਾਂ। ਅੱਜ ਵੀ ਇੱਕ ਬੱਚੇ ਹੁਣ 2 ਲੇਟ ਆਏ ਆ, ਇਹ ਕੁੜੀਆਂ ਨੇ ਬੈਠੀਆਂ ਦੋਨੇ। ਹਾਂਜੀ ਹਾਂਜੀ। ਇਹਨਾਂ ਨੂੰ ਸਾਡੀ ਟੀਚਰ ਨੇ ਮੋਟੀਵੇਟ ਕੀਤਾ, ਪੂਨਮਜੀਤ ਆ, ਇਹ ਪਹਿਲੀ ਵਾਰ ਅਸੀਂ ਸੈਂਟਰ ਖੋਲ੍ਹਿਆ, ਪਹਿਲੀ ਵਾਰ ਸਾਡੀ, ਉਹਨੇ ਮੋਟੀਵੇਟ ਇੰਨਾ ਕਰ ਦਿੱਤਾ ਕਿ ਇਹ ਛੱਡ ਕੇ ਆ ਗਈਆਂ ਫੰਕਸ਼ਨ। ਇੱਦਾਂ ਮੋਟੀਵੇਟ ਕਰੀ ਜਾਂਦੇ ਆ, ਜਿੱਥੇ ਕਮੀ ਲੱਗਦੀ ਹੈ ਭਰੀ ਜਾਂਦੇ ਆ, ਬਸ ਚੱਲੀ ਜਾਂਦੇ। ਤੇ ਹੁਣ ਅੱਗੇ ਦਾ ਪਿਆਰ ਕਿਵੇਂ ਮਿਲਦਾ? ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਪੁਲਿਸ ਦੇ ਵਿੱਚ ਤੈਨਾਤ ਹੋ, ਤਾਂ ਉੱਥੇ ਪਿਆਰ ਕਿਵੇਂ ਦਾ ਮਿਲਦਾ ਤੁਹਾਨੂੰ? ਕਿਵੇਂ ਦਾ ਤੁਹਾਡੇ ਵੱਲ ਵਤੀਰਾ ਹੁੰਦਾ ਜਿਹੜਾ ਇੰਸਪੈਕਟਰਾਂ ਦਾ, ਸਭ ਦਾ? ਕਿਵੇਂ ਦਾ ਤੁਹਾਨੂੰ ਦੇਖਦੇ ਨੇ ਉੱਥੇ ਵੀ ਤੁਸੀਂ ਬਹੁਤ ਵੱਡੀ ਮਿਸਾਲ ਹੋ, ਬੱਚਿਆਂ ਨੂੰ ਕਿੰਨਾ ਪੜ੍ਹਾ ਕੇ ਅੱਗੇ ਲੈ ਕੇ ਜਾਓਗੇ? ਇੱਦਾਂ ਦਾ ਕੁਛ ਨਹੀਂ ਹੈ ਸਰ, ਮਿਸਾਲ ਮਸੂਲ ਮੈਂ ਸਾਰਿਆਂ ਲਈ ਨਹੀਂ ਹੈਗਾ। ਨੰਬਰ 2 ਤੇ ਜਿਹਨੇ ਲੈਣਾ ਮੈਨੂੰ ਮਿਸਾਲ ਲਵੇ, ਜਿਹਨੇ ਨਹੀਂ ਲੈਣਾ ਨੈਗੇਟਿਵ ਵੀ ਹੈਗਾ। ਲੋਕ ਗਾਲਾਂ ਵੀ ਕੱਢਦੇ ਆ ਮੈਨੂੰ ਵੀ ਕਿਹਾ ਯਾਰ ਇਹ ਮੈਨੂੰ ਤਾਂ ਇੱਥੋਂ ਤੱਕ ਬਿਲਾਮੇ ਮਿਲਦੇ ਆ ਵੀ ਪਤਾ ਨਹੀਂ ਹਰਾਮ ਦੀ ਕਮਾਈ ਆਉਂਦੀ ਹੋਣੀ ਹੈ, ਲਾਈ ਜਾਂਦਾ ਇਹ, ਇੱਦਾਂ ਦੀਆਂ ਗੱਲਾਂ। ਪਰ ਨੈਗੇਟਿਵ ਨੂੰ ਮੈਂ ਜ਼ਿਆਦਾ ਪੜ੍ਹਦਾ, ਨੈਗੇਟਿਵ ਨੂੰ ਮੈਂ ਜ਼ਿਆਦਾ ਚੁੱਕਦਾ। ਉਹ ਨੈਗੇਟਿਵ ਵਾਲੇ ਲੋਕ ਜਿੱਦਾਂ ਬਾਬਾ ਲਿਖ ਕੇ ਗਿਆ ਨਾ ਵੀ ਨਿੰਦਕ ਨੇਰੇ ਰੱਖੀਏ, ਉਹ ਤੁਹਾਨੂੰ ਮੋਟੀਵੇਸ਼ਨ ਦਿੰਦੀ ਆ, ਉਹ ਤੁਹਾਨੂੰ ਤੋੜਦੀ ਆ। ਉਹਦੇ 'ਚ ਕੀ ਹੁੰਦਾ ਹੈ ਕਿ ਇੱਕ ਚੀਜ਼ ਜੋ ਮੈਂ ਗ੍ਰਾਸਪ ਕਰਦਾ, ਪੀਣੀ ਚਾਹੁੰਦਾ, ਮੈਂ ਆਪਣੀ ਨਿੰਦਿਆ ਨੂੰ ਉਹ ਚੱਕਦਾ, ਇੱਧਰੋਂ ਉੱਧਰੋਂ ਪਤਾ ਵੀ ਕਰਦਾ। ਉਹਦੇ ਨਾਲ ਫਾਇਦਾ ਇਹ ਹੁੰਦਾ ਕਿ ਮੇਰੇ ਮਨ 'ਤੇ ਹੰਕਾਰ ਨਹੀਂ ਚੜ੍ਹਦਾ, ਪਰਤ ਨਹੀਂ ਚੜ੍ਹਦੀ ਉਹ ਕਿ ਮੈਂ ਬਹੁਤ ਵਧੀਆ ਕਰ ਰਿਹਾ ਜੀ, ਮੈਂ ਘੈਂਟ ਬਣ ਗਿਆ ਜੀ, ਮੈਂ ਉਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਦਾਂ ਦਾ ਨਹੀਂ ਮੇਰੇ ਮਨ 'ਤੇ ਚੜ੍ਹਦਾ। ਜਦੋਂ ਮੈਂ ਉਹ ਨਿੰਦਿਆ ਆਪਣੀ ਐਕਸਰਸਾਈਜ਼ 'ਚ ਲਿਆਉਣਾ, ਆਪਣੇ ਮਨ 'ਚੋਂ ਨਿਗਾਉਣਾ ਕਿ ਮੈਨੂੰ ਜਿਹੜੇ ਗਾਲਾਂ ਕੱਢਦੇ ਨੇ ਉਹ ਆਹ ਬੋਲਦੇ ਨੇ, ਇਹ ਪੁਲਸੀਆ ਯਾਰ, ਇਹਨੂੰ ਮੈਂ ਇੱਦਾਂ ਦੀਆਂ ਬਹੁਤ ਗੱਲਾਂ। ਮੇਰੇ ਬ੍ਰਦਰ ਬਾਰੇ ਉਹ ਬੋਲਦੇ ਹੁੰਦੇ ਆ, ਉਹ ਯਾਰ BSF 'ਚ ਹੈ, ਉਹ ਬਾਰਡਰ 'ਤੇ ਲੱਗਾ ਆ, ਬੜੀ ਕਮਾਈ ਇਹਨਾਂ ਨੂੰ, ਤਾਂ ਇਹ ਹੈ ਉਹ ਹੈ, ਇਹ ਲਾਈ ਜਾਂਦੇ, ਇਹਨਾਂ ਨੂੰ ਕੀ ਫਰਕ ਪੈਂਦਾ? ਇੱਦਾਂ ਦੀ ਨੈਗੇਟਿਵਿਟੀ ਬਹੁਤ ਕੁਛ ਆਉਂਦੀ ਹੈ, ਬੜਾ ਨੈਗੇਟਿਵ। ਪਰ ਨੈਗੇਟਿਵ ਨੂੰ ਪੀਣਾ, ਨੈਗੇਟਿਵ ਨੂੰ ਸੰਭਾਲਣਾ, ਇਹ ਬਹੁਤ ਉਸ ਅਕਾਲ ਪੁਰਖ ਦੀ, ਜਿਹਨੂੰ ਅਕਾਲ ਤੋਂ ਬਾਹਰ ਆ ਜਿਹੜੀ ਪਾਵਰ ਆ, ਉਹ ਦ ਪਾਵਰ ਅਬਵ ਜਿਹੜੀ ਹੈਗੀ ਆ, ਉਹ ਸਾਨੂੰ ਜਿਹਨੇ ਜਨਮ ਦਿੱਤਾ, ਜਿਹਨੇ ਲੈ ਜਾਣਾ ਸਾਨੂੰ ਇਸ ਧਰਤੀ ਤੋਂ, ਉਹ ਅਕਲ ਦੇਵੇ ਮੈਨੂੰ ਕਿ ਉਸ ਨਿੰਦਿਆ ਨੂੰ, ਉਸ ਕ੍ਰਿਟਿਸਿਜ਼ਮ ਨੂੰ, ਉਸ ਸਿਸਟਮ ਨੂੰ ਮੈਂ ਪੀਵਾਂ ਤੇ ਮੇਰੇ ਵਿੱਚ ਉਹ ਪਚ ਜਾਵੇ ਕਿ ਮੈਂ ਕੁਛ ਵੀ ਨਹੀਂ ਹੈਗਾ। ਔਰ ਹੈ ਵੀ ਸੱਚ ਇਹ ਕਿ ਮੈਂ ਕੁਛ ਵੀ ਨਹੀਂ ਹੈਗਾ। ਉਹ ਕਹਿੰਦੇ ਨਹੀਂ, ਇੱਕ ਵਾਰੀ ਸੁਕਰਾਤ ਕੋਲੇ ਬੰਦਾ ਗਿਆ ਤੇ ਉਹਨੂੰ ਔਖਾ ਹੋ ਗਿਆ, ਤੇ ਉਹ ਕਹਿੰਦਾ ਮੈਨੂੰ ਪਛਾਣਿਆ ਨਹੀਂ ਤੂੰ, ਮੈਂ ਫਲਾਣੇ ਉਹਦਾ ਉਹ ਹਾਂ ਸੇਠ ਹੈ ਫਲਾਣੇ ਸ਼ਹਿਰ ਦਾ। ਉਹ ਸੁਕਰਾਤ ਨੇ ਉਹਨੂੰ ਨਕਸ਼ਾ ਦਿਖਾਇਆ ਦੁਨੀਆ ਦਾ, ਕਹਿੰਦਾ ਇੱਥੇ ਦਿਖਾ ਤੂੰ ਕਿੱਥੇ ਆ, ਤੇ ਉਹ ਬਿੰਦੂ ਵੀ ਨਹੀਂ ਲਾ ਸਕਿਆ। ਮੇਰੇ ਵਰਗੇ ਬਹੁਤ ਲੋਕ ਕੰਮ ਕਰਦੇ ਨੇ, ਬਹੁਤ ਲੋਕ ਅੱਗੇ ਲੰਘੇ ਹੋਏ ਨੇ ਮੇਰੇ ਤੋਂ, ਜਿਹੜੇ ਮੇਰੇ ਲਈ ਮੈਂਟਰ ਨੇ, ਤੇ ਮੈਂ ਚਾਹੁੰਦਾ ਕਿ ਇਹ ਮੈਂਟਰ ਮੈਨੂੰ ਸਿਖਾਉਂਦੇ ਰਹਿਣ ਤੇ ਨਿੰਦਿਆ ਮੈਂ ਆਪਣੀ ਸੁਣਦਾ ਰਵਾਂ ਤੇ ਚੱਲੀ ਜਾਵੇ ਕੰਮ ਜਦੋਂ ਤੱਕ ਜੀਂਦੇ ਆ। ਜੀ ਸਰ, ਮੈਂ ਇੱਕ ਹੋਰ ਕਰਨਾ ਚਾਹਾਂਗਾ ਸਵਾਲ। ਜਦੋਂ ਇਹ ਹਾਦਸਾ ਹੁੰਦਾ ਉਸ ਵੇਲੇ ਕੀ ਤੁਹਾਡੇ ਦਿਮਾਗ 'ਚ ਚੱਲ ਰਿਹਾ ਸੀ? ਜਦੋਂ ਹੋ ਗਿਆ ਇੱਕ ਹਿਸਾਬ ਦਾ ਤਾਂ ਸਭ ਕੁਝ ਭੁੱਲ ਜਾਂਦਾ ਬੰਦਾ, ਜਦੋਂ ਕੋਈ ਚੀਜ਼ ਵੱਜਦੀ ਆ ਜਾਂ ਕੁਛ ਹੁੰਦਾ ਬਹੁਤ ਦਰਦ ਫੀਲ ਹੁੰਦਾ, ਕੀ ਦਿਮਾਗ ਦੇ ਵਿੱਚ ਚੱਲਿਆ ਸੀ? ਮਰਨ ਲਈ ਆਉਂਦਾ ਸੀਗਾ ਜੀ, ਵੀ ਮਰ ਜਾਣਾ ਚਾਹੀਦਾ ਮੈਨੂੰ। ਫਰਸਟ੍ਰੇਸ਼ਨ ਇੰਨੀ ਜ਼ਿਆਦਾ ਸੀ ਕਿ ਮੇਰੇ ਤੋਂ ਜੀ ਨਹੀਂ ਹੋ ਪਾ ਰਿਹਾ ਸੀ, ਔਰ ਇੱਥੋਂ ਤੱਕ ਕਿ ਮੈਂ ਰਿਐਲਿਟੀ ਦੇ ਵਿੱਚ 1.5-2 ਸਾਲ ਜੀ ਰੱਬ ਨਾਲ ਤਾਂ ਗਿਲਾ ਸ਼ਿਕਵਾ ਜਿਹੜੀ ਹੈਗੀ ਉਹ ਹੋਣ ਲੱਗਾ ਜਦੋਂ ਮੈਂ ਨਿਕਲਣ ਲੱਗਾ ਫਰਸਟ੍ਰੇਸ਼ਨ 'ਚੋਂ। ਜਦੋਂ ਬ੍ਰਦਰ ਨੇ ਇਹ ਆਈਡੀਆ ਦਿੱਤਾ, ਮੈਂ ਸਕੂਲਾਂ 'ਚ ਘੁੰਮਣ ਲੱਗਾ, ਫਿਰ ਕਦੇ ਮੈਂ ਡਿੱਗ ਪੈਂਦਾ, ਇੱਦਾਂ ਚੱਲਦੇ ਮੇਰਾ ਪੈਰ ਪੂਰ ਫਸ ਜਾਂਦਾ, ਕਿਉਂਕਿ ਦੋਨੇ ਆਰਟੀਫਿਸ਼ਲ ਲਿੰਬਸ ਆ। ਅਤੇ ਸ਼ਿਕਵਾ ਫਿਰ ਜਦੋਂ ਬਾਣੀ ਪੜ੍ਹੀ, ਗਾਉਣਾ ਸ਼ੁਰੂ ਕੀਤਾ, ਜਪਜੀ ਸਾਹਿਬ ਨੂੰ ਜਦੋਂ ਗਾਉਂਦੇ ਆ ਜਾਂ ਆਨੰਦ ਸਾਹਿਬ ਨੂੰ ਜਦੋਂ ਗਾਉਂਦੇ ਆ, ਤੇ ਫਿਰ ਆ ਜਾਂਦਾ ਵੀ ਜਿਹੜੇ ਕੰਮ ਪਤਾ ਲੱਗ ਜਾਂਦੇ ਆ ਵੀ ਕੰਨਾਂ ਦਾ ਕੀ ਕੰਮ ਆ, ਅੱਖਾਂ ਦਾ ਕੀ ਕੰਮ ਆ। ਅਤੇ ਮੈਂ ਜਦੋਂ ਉਹਨੂੰ ਭੁਗਤ ਗਿਆਨ 'ਚ ਆਪਣੇ 'ਚ ਪਾਉਣਾ ਵੀ ਮੇਰੇ ਕੰਨ ਤਾਂ ਉਹ ਕੰਮ ਕਰ ਹੀ ਨਹੀਂ ਰਹੇ, ਮੇਰੀਆਂ ਅੱਖਾਂ ਤਾਂ ਉਹ ਕੰਮ ਕਰ ਹੀ ਨਹੀਂ ਰਹੀਆਂ ਜਿਹੜੇ ਬਾਬੇ ਲਿਖ ਕੇ ਗਏ। ਹੇ ਸ਼ਰਵਣੋ ਮੋਰਿਓ ਸੱਚ ਸੁਣਨੇ ਨੂੰ ਬਿਠਾਓ, ਅਤੇ ਮੈਂ ਤਾਂ ਕਈ ਵਾਰ ਝੂਠ ਵੀ ਸੁਣਦਾ, ਠੀਕ ਹੈ ਨਹੀਂ। ਹੇ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਅਤੇ ਵੀ ਮੇਰੀ ਇਹ ਜਿਹੜੀ ਸਵਾਦ ਮੇਰੇ ਮੁੱਕ ਨਹੀਂ ਰਹੇ, ਇਹਦਾ ਮਤਲਬ ਹਾਲੇ ਰਸ ਆਇਆ ਨਹੀਂ।
ਤੇ ਉਦੋਂ ਜਦੋਂ ਭੁਗਤ ਗਿਆਨ 'ਚ ਮੈਂ ਪਾਉਣਾ ਇਸ ਗੱਲ ਨੂੰ ਤੁਹਾਡੀ ਨੂੰ, ਫਰਸਟ੍ਰੇਸ਼ਨ ਤੇ ਰੱਬ ਨਾਲ ਗਿਲਾ ਜਿਹੜਾ ਹੈਗਾ ਇਹ ਦੂਰ ਰਹਿ ਜਾਂਦੇ ਆ। ਤੇ ਮੈਨੂੰ ਇਹ ਜਾਪਣ ਲੱਗ ਜਾਂਦਾ ਹੈ ਕਿ ਮੈਂ ਉਹਦੀਆਂ ਗੱਲਾਂ ਵੀ ਤੇ ਨਾ ਪੂਰੀਆਂ ਨਹੀਂ ਨਾ ਕਰ ਰਿਹਾ। ਗਿਲਾ ਤਾਂ ਮੈਂ ਤਾਂ ਕਰਾਂ ਉਹਦੇ ਨਾਲ, ਹੁਣ ਇੱਥੋਂ ਤੱਕ ਗੱਲ ਥੋੜੀ ਆ ਰਹੀ ਆ ਵੀ ਗਿਲਾ ਤਾਂ ਮੈਂ ਤਾਂ ਕਰਾਂ ਗਿਲਾ ਕਰਨ ਜੋਗਾ ਹੋਵਾਂ। ਗਿਲਾ ਤਾਂ ਉਹ ਕਰਦੇ ਹੁੰਦੇ ਜਿਹੜੇ ਉਹਦੇ ਖਾਸ ਹੁੰਦੇ ਆ, ਤੇ ਮੈਂ ਤਾਂ ਉਹਨੇ ਜੋਗਾ ਵੀ ਨਹੀਂ ਹੈਗਾ ਗਿਲਾ ਕਰਨ ਵਾਲੀ, ਜਾਂ ਕਹਿ ਲਓ ਫਰਸਟ੍ਰੇਸ਼ਨ ਚੋਂ ਨਿਕਲਿਆ ਤੇ ਇੱਧਰ ਨੂੰ ਚੱਲੇ ਹੋਏ ਆ। ਗਿਲਾ ਕਰਨ ਵਾਲੀ ਮੇਰੀ ਹਾਲੇ ਸਟੇਜ ਹਾਲੇ ਬਣੀ ਨਹੀਂ, ਪਰ ਹੋ ਜਾਂਦਾ ਹੈ ਕਈ ਵਾਰੀ ਮੈਂ ਕਰਦਾ ਹੁੰਦਾ ਸੀ, ਪਰ ਗਿਲਾ ਕਰਨ ਜੋਗਾ ਮੈਂ ਹਾਲੇ ਹੋਇਆ ਨਹੀਂ ਕਿ ਰੱਬ ਨਾਲ ਗਿਲਾ ਕਰ ਲਵਾਂ। ਆਈ ਐਮ ਨੋਟ ਵਰਥ ਟੂ ਇਟ। ਜੀ ਤੁਸੀਂ ਕਹਿ ਰਹੇ ਸੀ ਜਦੋਂ ਮੈਂ ਪੁੱਛਿਆ ਸੀ ਵੀ ਕੁਝ ਦਿਮਾਗ ਦੇ ਵਿੱਚ ਆਇਆ ਹੋਣਾ ਜਦੋਂ ਐਕਸੀਡੈਂਟ ਹੁੰਦਾ, ਤਾਂ ਤੁਸੀਂ ਕੁਝ ਹੋਰ ਕਹਿ ਰਹੇ ਸੀ ਗੱਲ ਉੱਤੇ। ਹਾਂ, ਮਰਨ ਲਈ ਮੈਂ ਟਰਾਈ ਕੀਤਾ। ਮੈਨੂੰ ਜੀਣਾ ਬੜਾ ਔਖਾ ਲੱਗਦਾ ਸੀ। ਮੈਂ ਐਥਲੀਟ ਸੀਗਾ ਕਾਲਜ ਟਾਈਮ 'ਚ, ਤੇ ਮੈਨੂੰ ਇੱਦਾਂ ਲੱਗਦਾ ਸੀ ਕਿ ਹੁਣ ਮੈਂ ਖੜਾ ਹੀ ਨਹੀਂ ਹੋ ਸਕਦਾ ਆਰਟੀਫਿਸ਼ੀਅਲ ਲਿੰਬਸ ਤੋਂ ਬਿਨਾਂ। ਮੈਂ ਖੜਾ ਹੀ ਨਾ, ਮੈਂ ਹੁਣ ਵੀ ਰੀਂਗ ਕੇ ਚੱਲਦਾ। ਮੇਰਾ ਦਿਲ ਨਹੀਂ ਸੀ ਟਿਕਦਾ ਨਹੀਂ ਸੀ, ਤੇ ਮੈਂ ਜੀਣਾ ਨਹੀਂ ਸੀ ਚਾਹੁੰਦਾ। ਉਹਨਾਂ ਦਿਨਾਂ 'ਚ ਫਰਸਟ੍ਰੇਸ਼ਨ ਜਾਂ ਕਹਿ ਲਓ ਇਹ ਜਿਹਨੂੰ ਕਹਿ ਲਓ, ਮੈਨੂੰ ਇੰਨਾ ਘੇਰ ਲਿਆ ਸੀ ਮੇਰੇ ਮਨ ਨੂੰ ਕਿ ਮੈਂ ਔਖਾ ਸੀਗਾ, ਬਹੁਤ ਰੋਂਦਾ ਰਹਿੰਦਾ ਸੀਗਾ, ਤੜਫਦਾ ਰਹਿੰਦਾ ਸੀਗਾ, ਇਹ ਸੋਚਦਾ ਰਹਿੰਦਾ ਸੀਗਾ ਕਿ ਮੇਰੀ ਜ਼ਿੰਦਗੀ ਬਚੀ ਹੀ ਨਹੀਂ ਹੈਗੀ, ਮੇਰੇ ਕੋਲ ਕੁਝ ਬਚਿਆ ਹੀ ਨਹੀਂ ਹੈ। ਤੇ ਜਗਸੀਰ, ਤੈਨੂੰ ਮੈਂ ਇਹ ਗੱਲ ਦੱਸਦਾ ਕਿ ਮੇਰਾ ਇੱਦਾਂ ਦਾ ਸੁਭਾਅ ਜਿਹਾ ਬਣਦਾ ਜਾ ਰਿਹਾ ਸੀ ਕਿ ਇਹ ਮੇਰੀ ਜ਼ਿੰਦਗੀ ਹੈ ਹੀ ਨਹੀਂ, ਹੁਣ ਖਤਮ ਹੈ। ਤੇ ਮੈਂ ਰੋਜ਼ ਹਰ ਵੇਲੇ ਹੀ ਸੋਚਦਾ ਹੁੰਦਾ ਸੀ ਉਦੋਂ। ਫਿਰ ਕੱਢਿਆ ਉਹਨੇ, ਮਾਲਕ ਨੇ ਕਿਰਪਾ ਕੀਤੀ, ਬ੍ਰਦਰ ਆ ਗਿਆ ਮੇਰਾ, ਉਹ ਮੈਨੂੰ ਲਿਜਾ ਕੇ ਗਰਾਊਂਡਾਂ 'ਚ, ਫੌਜੀ ਆ ਉਹ, ਫੌਜੀ ਆਪਾਂ ਕਹਿੰਦੇ ਆ BSF ਵਾਲੇ ਹੋਣ, ਆਰਮੀ ਵਾਲੇ ਹੋਣ, ਤੇ ਉਹਨੇ ਮੈਨੂੰ ਕੱਢਿਆ ਫਿਰ ਇਸ 'ਚੋਂ, ਕਿਉਂਕਿ ਉਹ ਮੇਰਾ ਪਿਓ ਦੀ ਤਰ੍ਹਾਂ ਹੈ ਮੇਰੇ ਲਈ। ਜਦੋਂ ਮੈਂ ਬਚਪਨ ਸੀਗਾ ਤੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਤੇ ਉਹਨੇ ਮੈਨੂੰ ਪਾਲਿਆ, ਉਹਨੇ ਮੈਨੂੰ ਪੜ੍ਹਾਇਆ, ਤੇ ਉਹਨੇ ਮੈਨੂੰ ਫਿਰ ਇੱਦਾਂ ਦੇ ਟਾਈਮ 'ਚ ਵੀ ਉਹਨੇ ਆ ਕੇ ਲੰਬੀ ਛੁੱਟੀ ਲੈ ਕੇ ਮੈਨੂੰ ਕੱਢਿਆ, ਤੇ ਮੈਨੂੰ ਫਿਰ ਇਹ ਆਈਡੀਆ ਦਿੱਤਾ ਵੀ ਹੁਣ ਤੂੰ ਦੂਸਰਿਆਂ ਲਈ ਜੀਆ ਕਰ, ਤਾਂ ਤੇਰਾ ਕੰਮ ਚੱਲਣਾ, ਨਹੀਂ ਤਾਂ ਇਹ ਕੰਮ ਤੇਰਾ ਔਖਾ ਹੋ ਜਾਣਾ। ਜੀ ਬਹੁਤ ਸ਼ੁਕਰੀਆ ਸਰ ਸਮਾਂ ਦੇਣ ਲਈ। ਤਾਂ ਜਿਹੜੀ ਤੁਹਾਡੀ ਕਹਾਣੀ ਸੀ ਉਹ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਕਿ ਇੱਕ ਰਾਮਦਿਆਲ ਇੰਸਪੈਕਟਰ ਵੀ ਨੇ ਜੋ ਚੰਡੀਗੜ੍ਹ ਪੁਲਿਸ ਦੇ ਵਿੱਚ ਨੇ, ਅਜਿਹੇ ਕਦਮ ਚੁੱਕੇ ਹੋਏ ਨੇ, ਪਰ ਕਦਮ ਨਹੀਂ ਰਹੇ ਅੱਜ, ਪਰ ਮਿਸਾਲ ਲੋਕਾਂ ਲਈ ਬਹੁਤ ਦਿੱਤੀ। ਨਹੀਂ, ਆਰਟੀਫਿਸ਼ੀਅਲ ਇੰਜਨਾਂ ਮੈਂ ਵਧੀਆ ਚੱਲ ਰਿਹਾ ਨਾ, ਵਧੀਆ ਨਾ। ਮੈਂ SHO ਰਿਹਾ 36 ਦੇ ਵਿੱਚ, ਔਰ ਬੜਾ ਕੁਝ ਕਰ ਲਈਦਾ, ਪਰ ਇਹ ਸਿਰਫ ਔਰ ਸਿਰਫ ਮੇਰੇ ਦੋਸਤਾਂ ਦਾ, ਮੇਰੇ ਸਰਾਊਂਡਿੰਗ ਦਾ, ਮੇਰੇ ਮਿੱਤਰਾਂ ਦਾ, ਔਰ ਜਿਹੜੇ ਮੇਰੇ ਨਾਲ ਮੈਨੂੰ ਸਪੋਰਟ ਕਰਦੇ ਨੇ, ਸਮਾਨ ਲੈ ਕੇ ਦਿੰਦੇ ਨੇ, ਉਹਨਾਂ ਦਾ, ਪਲੱਸ ਮੇਰੇ ਭਰਾਵਾਂ ਦਾ, ਮੇਰੇ ਰਿਸ਼ਤੇਦਾਰਾਂ ਦਾ ਜਿਹੜੇ ਮੇਰੇ ਨਾਲ ਖੜੇ ਨੇ, ਤੇ ਸਭ ਤੋਂ ਵੱਧ ਇਹਨਾਂ ਆਰਟੀਫਿਸ਼ੀਅਲ ਅੰਗਾਂ ਦਾ ਸਹਾਰਾ ਹੈ ਮੈਨੂੰ। ਜੀ, ਤੁਰਿਆ ਫਿਰਦਾ ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ, ਸੋ ਗ੍ਰੇਟ। ਸੋ ਸਾਡੇ ਨਾਲ ਇੰਸਪੈਕਟਰ ਰਾਮਦਿਆਲ ਜੀ ਸੀ, ਗੱਲਬਾਤ ਕੀਤੀ ਹੈ, ਕਹਾਣੀ ਤੁਸੀਂ ਆਪ ਸੁਣ ਲਈ ਹੈ ਕਿ ਕਿਸ ਤਰ੍ਹਾਂ ਬੱਚਿਆਂ ਲਈ ਮਿਸਾਲ ਬਣ ਰਹੇ ਨੇ। ਫ੍ਰੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਹਰ ਇੱਕ ਜ਼ਿਲ੍ਹੇ ਦੇ ਵਿੱਚ ਪਹੁੰਚਦੇ ਨੇ, ਥਾਂ 'ਤੇ ਸੈਂਟਰ ਜਿਹੜੇ ਇਹਨਾਂ ਨੇ ਖੋਲ੍ਹ ਰਹੇ ਨੇ, ਤਾਂ ਜੋ ਬੱਚੇ ਗਰੀਬੀ ਦੇ ਵਿੱਚ ਨਾ ਰਹਿ ਸਕਣ, ਗਰੀਬੀ ਦੇ ਵਿੱਚ ਨਾ ਪਾਲਣ, ਤਾਂ ਜੋ ਵੱਡੇ ਹੋ ਕੇ ਵੱਡੀ ਮਿਸਾਲ ਬਣ ਸਕਣ। ਬੱਚੇ ਨਾਲ ਵੀ ਗੱਲਬਾਤ ਕਰਦੇ ਹਾਂ, ਪੇਰੈਂਟਸ ਨਾਲ ਵੀ ਗੱਲਬਾਤ ਕਰਦੇ ਹਾਂ, ਤਾਂ ਉਹਨਾਂ ਨੂੰ ਕਿਵੇਂ ਦਾ ਇੱਥੇ ਲੱਗਦਾ ਹੈ। ਆ ਜਾਓ ਬੱਚੇ ਨਾਲ ਗੱਲਬਾत करते हैं। कैसा लगता है आपको, बच्चों को पढ़ाया जाता है, मैडम का सहयोग है, सर का सहयोग है, बिल्कुल मुफ्त में सब कुछ दिया जाता है, कैसा लगता है? जी बहुत अच्छी चीज़ है, बहुत अच्छी बात है। हम मेहनत कर रहे हैं, हमारी मेहनत से हमारे बच्चे हमसे ऊपर उठ जाए, ये लाख लाख धन्यवाद है आप लोग की, समाज की और शिक्षा परियोजना की। ये मतलब ਇੰਸਪੈਕਟਰ ਰਾਮਦਿਆਲ ਜੀ ਦਾ ਬਹੁਤ ਵੱਡਾ ਦੇਣ ਹੈ। ਹਾਲਾਂਕਿ ਇਹਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ, ਪਰ ਫਿਰ ਵੀ ਦੌੜੇ ਭੱਜੇ ਫਿਰਦੇ ਆ, ਤੇ ਇਸ ਤੋਂ ਅਸੀਂ ਬਹੁਤ ਮਤਲਬ ਹੌਸਲਾ ਵਧਾਈ ਸਾਨੂੰ ਹੁੰਦੀ ਹੈ। ਜੇ ਕਈ ਵਾਰ ਸਾਡਾ ਸਰੀਰ ਕਮਜ਼ੋਰ ਹੁੰਦਾ ਹੈ, ਅਸੀਂ ਇਹਨਾਂ ਨੂੰ ਦੇਖ ਕੇ ਤਕੜੇ ਹੋ ਜਾਂਦੇ ਹਾਂ। ਹੁਣ ਸਾਡੇ ਨਾਲ ਬੱਚੇ ਤੇ ਉਹਨਾਂ ਦੇ ਪਿਤਾ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ, ਜਿਹੜੀ ਵੱਡੀ ਇੱਕ ਮਿਸਾਲ ਪੈਦਾ ਹੋਈ ਹੈ। ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਸੀ, ਤਾਂ ਨਾਲ ਗੱਲਬਾत ਕਰ ਰਹੇ ਹਾਂ, ਤੇ ਉਹਨਾਂ ਦੇ ਬੱਚੇ ਇੱਥੇ पढ़ते हैं। आपके बच्चे यहाँ पढ़ते हैं, तो क्या सहयोग लगता है सबसे बड़ा जो रामदयाल जी ने किया हुआ? सर मेरे को तो पूरा सहयोग लग रहा है ताकि मेरा बच्चा नवोदय में निकल जाएगा। मेरे बच्चे पे हौसला है सर। इस सब मैं क्या आगे कहूँ, सर का बहुत आभार वर्कर करता हूँ सर। ये मतलब आपके बच्चे को पूरी सपोर्ट कर रहे हैं, बच्चों को अपने पर्सनल टाइम में से निकाल के आप यहाँ पे आ रहे हैं और काम कर रहे हैं? जी सर, पर्सनल अपने टाइम में से निकाल कर आकर अपना काम भी कर रहे हैं
इसका सपोर्ट भी हो रहा है सर। बाकी पेरेंट्स को भी आप ऐसे मैसेज देते हो, क्योंकि ये अवेयरनेस का मिशन है जो लेके चले हुए, कि लगता है बाकी जो भी पेरेंट्स हैं वो भी इस रास्ते पे आएंगे, बच्चों को अच्छी सिखलाई देंगे? जी सर, मैं यही निवेदन करूंगा बच्चों के पेरेंट्स से, ताकि इसी तरह मगर इधर आना चाहिए। हाँ। तुम्हारा नाम क्या है? आशीष। आशीष, आपकी तारीफ हो रही थी, आप बहुत इंटेलिजेंट हो। मिशन चलाया गया, सर का कैसा सहयोग लगता है? सर आते हैं, आपसे बात करते हैं, आपको पढ़ाई, किताबें, पेन वगैरह सब कुछ फ्री में देते हैं, कैसा लगता है? अच्छा लगता है सर, हमारे लिए इतना कुछ करते हैं, तो बड़े होके हम भी सर के लिए कुछ करेंगे। क्या बात है, बहुत बड़ा सोच रखा हुआ है। यस सर। यहाँ पे आते हो, सभी बच्चे आते हो, कभी ऐसे तो नहीं हुआ अभी मैंने नहीं आना स्कूल में, पर सर आते हैं फिर तुम लोग भी आते हो? यस सर। अच्छा लगता है? यस सर। ओके, तुम्हारा नाम क्या है? अनुज कुमार। तुम्हें अच्छा लगता है सर आते हैं, पढ़ाते हैं, मैडम पढ़ाते हैं? हाँ। क्या कुछ कोई डर तो नहीं लगता सर से भी, पुलिस वाले हैं? नहीं लगता, वे मतलब प्यार से पढ़ाते हैं? हाँ। सब कुछ अच्छा, खेलते हो अगर जो पहनने को, पढ़ने को सब कुछ मिलता है? हाँ। क्या बनोगे बड़े होकर? पुलिस में जाओगे? तो आप कर्नल बनोगे? क्या बात। आपके बच्चे हैं? जी। आपको कैसा लगता है? आपको बच्चों को पढ़ाया जाता है, मैडम का सहयोग है, सर का सहयोग है, बिल्कुल मुफ्त में सब कुछ दिया जाता है, कैसा लगता है? जी, बहुत अच्छी चीज़ है, बहुत अच्छी बात है। हम मेहनत कर रहे हैं, हमारी मेहनत से हमारे बच्चे हमसे ऊपर उठ जाए, ये लाख लाख धन्यवाद है आप लोग की, समाज की और शिक्षा परियोजना की। क्या स्नेहा देना चाहोगे? और परिवार देख रहे होंगे, उनके बच्चे भी यहाँ खरड़ में जो आते हैं देखते हैं, क्योंकि अगर पेपर पास करना है नवोदय का तो पढ़ाई होनी बहुत जरूरी है। सर संडे को पढ़ाते हैं, तो बाकी पेरेंट्स को क्या कहना चाहोगे? बस हमारी तरफ से सबकी लाख लाख धन्यवाद है जी। ਲੱਖ ਧੰਨਵਾਦ। ਕੀ ਹਾਲ ਚਾਲ ਨੇ? ठीक है। ਠੀਕ ਆ? ਹਾਂਜੀ। ਕਿਹੜੀ ਕਲਾਸ 'ਚ? मैं 5th क्लास से। 5th 'ਚ। ਕਿਵੇਂ ਦਾ ਪੜਾਉਂਦੇ ਸਰ? बहुत अच्छा पढ़ाते हैं जी। ਵਧੀਆ ਮਨ ਲੱਗਦਾ? हाँ जी। ਤਾਂ ਮੈਮ भी बहुत ਵਧੀਆ पढ़ाते हैं। ਮਤਲਬ ਹੁਣ ਵੱਡੇ ਹੋ ਕੇ ਕੀ ਬਣਨਾ? ਬਹੁਤ ਜਿਹੜਾ ਸਰ ਨੇ ਆਪਣਾ ਮਿਸ਼ਨ ਚਲਾਇਆ ਹੋਇਆ ਇੱਕ ਅਵੇਅਰ ਕਰਨ ਵਾਸਤੇ, ਵੱਡੇ ਹੋ ਕੇ ਕੀ ਬਣਨਾ ਤਾਂ ਸਰ ਵਾਸਤੇ ਕੀ ਕੀਤਾ ਜਾਏਗਾ? इंडियन आर्मी बनूंगा जी। ਇੰਡੀਅਨ ਆਰਮੀ 'ਚ ਜਾਣਾ। ਸਤਿ ਸ਼੍ਰੀ ਅਕਾਲ ਬੱਚੇ। सत श्री अकाल। ਕਿਹੜੀ ਕਲਾਸ 'ਚੋਂ? 5th। 5th ਦੇ ਵਿੱਚੋਂ। ਸਰ ਦਾ ਸਹਿਯੋਗ ਕਿਵੇਂ ਲੱਗ ਰਿਹਾ? ਸਰ ਆਪ ਪੜ੍ਹਾਉਣ ਆਉਂਦੇ ਆ ਫ੍ਰੀ ਦੇ ਵਿੱਚ? अच्छा लगता है। ਅੱਛਾ ਲੱਗਦਾ? ਸਰ ਅੱਛੇ ਲੱਗਦੇ ਨੇ? यस। ਡਰ ਤਾਂ ਨਹੀਂ ਲੱਗਦਾ ਵੀ ਪੁਲਿਸ ਵਾਲੇ ਨੇ? नहीं ਲੱਗਦਾ? ਹੁਣ ਮਤਲਬ ਪੇਪਰ ਸਿਰ ਦੇ ਉੱਤੇ ਨੇ 30 ਤਰੀਕ ਨੂੰ, ਤਾਂ ਪਾਸ ਪੱਕਾ ਹੋਵੋਗੇ? पता नहीं है पता नहीं, पास हो जाओगे उम्मीद है कि? अभी पता नहीं है। तुम्हारा क्या नाम? रानी कुमारी। रानी जी, अभी सर आते हैं पढ़ाने को, कैसा लगता है? अच्छा लगता है। अच्छा लगता है, सब कुछ फ्री में देते हैं, क्या लगता है तुम लोग और अच्छा पढ़ोगे और आगे जाओगे? हाँ यही लगता है। तुम्हारा नाम क्या? याशिका। राशिका। याशिका। क्या लगता है सर आते हैं पढ़ाने और कैसा लगता है यहाँ पे? मुझे बड़ा अच्छा लगता है। अच्छा लगता है। कैसे ऐसे तो नहीं कभी डर लगा हुआ? क्योंकि अगर सर की बात की जाए, सर इतनी दूर से आते हैं, आपको पढ़ाते हैं और इतना खर्चा करते हैं, कभी लगा हुआ पुलिस वाले हैं, डर लगता हो? नहीं कभी नहीं। ਹੁਣ ਸਾਡੇ ਨਾਲ ਉਹ ਅਧਿਆਪਕ ਨੇ ਜੋ ਇਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ। ਐਤਵਾਰ ਨੂੰ ਵੀ ਇੱਕ ਸਕੂਲ ਲੱਗਦਾ ਹੈ ਖਰੜ ਦੇ ਵਿੱਚ, ਮੁੰਡੀ ਖਰੜ। ਅੱਜ ਮੈਡਮ ਸਾਡੇ ਨਾਲ ਨੇ, ਗੱਲਬਾਤ ਕਰਦੇ ਆ। ਮੈਮ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਰਜ਼ਾਂਸ ਵਿੱਚ। ਥੈਂਕ ਯੂ ਸਰ। ਮੈਮ ਬਹੁਤ ਵੱਡਾ ਯੋਗਦਾਨ ਹੁੰਦਾ ਇੱਕ ਟੀਚਰ ਦਾ, ਗੁਰੂ ਹੁੰਦਾ, ਪੜ੍ਹਾਉਂਦਾ ਬੱਚੇ ਨੂੰ, ਬਹੁਤ ਅੱਗੇ ਲੈ ਕੇ ਜਾਂਦਾ। ਪਰ ਤੁਸੀਂ ਅੱਜ ਬੱਚਿਆਂ ਨੂੰ ਪੜ੍ਹਾ ਰਹੇ ਹੋ, ਸਰ ਦੀ ਬਹੁਤ ਵੱਡਾ ਜਿਹੜਾ ਇੱਕ ਮਿਸ਼ਨ ਸ਼ੁਰੂਆਤ ਕੀਤੀ ਹੋਈ ਆ, ਉਸ ਦੇ ਤਹਿਤ ਸਾਰੇ ਇਕੱਠੇ ਹੁੰਦੇ ਹੋ, ਤਾਂ ਕਿਵੇਂ ਦਾ ਲੱਗਦਾ ਇੱਥੇ ਸਰ? ਸਰ ਮੈਂ ਇਸ ਮਿਸ਼ਨ ਨਾਲ ਲਾਸਟ ਨਵੰਬਰ ਤੋਂ ਜੁੜੀ ਹੋਈ ਹਾਂ। ਫਸਟ ਟਾਈਮ ਹੈ ਕਿ ਮੈਂ ਇਸ ਮਿਸ਼ਨ ਨਾਲ ਜੁੜੀ, ਔਰ ਮੈਨੂੰ ਬਹੁਤ ਖੁਸ਼ੀ ਹੈ ਸਰ ਨੇ ਮੈਨੂੰ ਇਹ ਮੌਕਾ ਦਿੱਤਾ। ਆਈ ਐਮ ਵੈਰੀ ਹੈਪੀ ਕਿ ਮੈਂ ਬਹੁਤ ਖੁਸ਼ ਹਾਂ। ਮੈਂ ਇਸ ਮਿਸ਼ਨ ਨਾਲ ਜੁੜ ਕੇ ਮੈਂ ਦਿਲ ਤੋਂ ਚਾਹੁੰਦੀ ਹਾਂ ਕਿ ਮੈਂ ਇਹਨਾਂ ਬੱਚਿਆਂ ਲਈ ਕੁਝ ਕਰ ਸਕਾਂ, ਠੀਕ ਹੈ ਨਾ। ਔਰ ਸਰ ਮੈਂ ਸਰ ਦੀ ਵੀ ਬਹੁਤ ਤਾਰੀਫ ਕਰਦੇ ਹਾਂ ਕਿ ਇੰਨੀ ਵੱਡੀ ਇਹਨਾਂ ਦੀ ਜ਼ਿੰਦਗੀ 'ਚ ਇੰਨਾ ਇੰਸੀਡੈਂਸ ਹੋਇਆ ਇੰਨਾ ਵੱਡਾ, ਔਰ ਸਰ ਨੇ ਫਿਰ ਵੀ ਹਿੰਮਤ ਨਹੀਂ ਹਾਰੀ। ਫ੍ਰੀ ਆਫ ਕੋਸਟ ਇਹਨਾਂ ਨੂੰ ਬੱਚਿਆਂ ਨੂੰ ਜੋ ਵੀ ਬੁੱਕਸ ਹੈ ਨਵੋਦਿਆ ਦੇ ਟੈਸਟ, ਐਂਟਰੈਂਸ ਟੈਸਟ ਵਾਸਤੇ ਉਹ ਦੇ ਰਹੇ ਨੇ, ਕਾਪੀਆਂ ਦੇ ਰਹੇ ਨੇ, ਪੈਨ ਦੇ ਰਹੇ ਨੇ। ਔਰ ਮੈਂ ਸਰ ਦੀ ਹਿੰਮਤ ਦੀ ਮੈਂ ਵੀ ਮਿਸਾਲ ਲੈਂਦੇ ਹਾਂ ਸਾਰੀ। ਬਹੁਤ ਵੱਡੀ ਇੱਕ ਬਣ ਜਾਂਦੇ ਮਿਸਾਲ ਪੰਜਾਬ ਦੇ ਲਈ, ਸ਼ਹਿਰ ਦੇ ਲਈ। ਤਾਂ ਇੱਕ ਕੀ ਲੱਗਦਾ, ਕਿਉਂਕਿ ਸਰ ਨੇ ਪਰਸਨਲ ਟਾਈਮ ਕੱਢਣਾ ਹੁੰਦਾ, ਡਿਊਟੀ ਦੀ ਵਰਦੀ ਪਾਈ ਹੋਈ ਹੈ, ਡਿਊਟੀ ਤੋਂ ਆਏ ਨੇ,
ਤਾਂ ਵੱਡੇ ਜਿਵੇਂ ਲੋਕ ਆਉਂਦੇ ਨੇ, ਅਗਰ ਜੇ ਬੱਚੇ ਆਉਂਦੇ ਨੇ ਤਾਂ ਉਹ ਕੀ ਸੋਚਦੇ ਹੋਣਗੇ ਵੀ ਜੇ ਅਗਰ 30 ਆ ਗਏ 40 ਆ ਗਏ ਬੱਚੇ ਵੀ ਸਾਡੇ ਲਈ ਕਿੰਨਾ ਕੁਛ ਕਰ ਰਹੇ ਨੇ ਤਾਂ ਅਸੀਂ ਵੀ ਕੁਛ ਕਰੀਏ ਇਹਨਾਂ ਲਈ। ਸਰ ਬੱਚਿਆਂ ਦਾ ਤਾਂ ਅਸੀਂ ਵੀ ਸੋਚਦੇ ਹਾਂ, ਕਈ ਬੱਚੇ ਹੈ ਨਹੀਂ ਜੋ ਇਸ ਮਿਸ਼ਨ ਤੋਂ ਬਹੁਤ ਕੁਝ ਸਿੱਖ ਰਹੇ ਨੇ, ਠੀਕ ਹੈ ਨਾ, ਔਰ ਉਹਨਾਂ ਨੂੰ ਦਿਲੀ ਇੱਛਾ ਹੈ ਵੀ ਉਹ ਸਰ ਦੇ ਨਾਲ ਜੁੜੇ ਰਹਿਣ। ਔਰ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਟੱਚ ਵਿੱਚ ਰਹਾਂ ਸਰ ਦੇ ਨਾਲ। ਜੀ ਜੀ, ਅਗਰ ਜੇ ਸਰ ਨੂੰ ਦੇਖਦੇ ਹੋ, ਕਿਉਂਕਿ ਇਹਨਾਂ ਦਾ ਐਕਸੀਡੈਂਟ ਬਹੁਤ ਹੁੰਦਾ, ਮਤਲਬ ਇੱਕ ਲੱਤ ਤੇ ਪੈਰ ਨਹੀਂ ਰਹਿੰਦਾ ਉਹਨਾਂ ਦਾ, ਉਹਨਾਂ ਨੇ ਉਸ ਜ਼ਿੰਦਗੀ ਤੋਂ ਸਿੱਖ ਕੇ ਇੱਧਰ ਨੂੰ ਕਦਮ ਚੁੱਕਿਆ। ਤੁਹਾਨੂੰ ਲੱਗਦਾ ਕਦੇ ਤੁਹਾਨੂੰ ਫੀਲ ਹੋਇਆ ਹੋਵੇ, ਕਿਉਂਕਿ ਅਗਰ ਜੇ ਸਰ ਨੂੰ ਨਹੀਂ ਕਦੇ ਲੱਗਿਆ ਹੋਇਆ ਵੀ ਮੇਰੇ ਕੋਲ ਅੱਜ ਲੱਤ ਨਹੀਂ ਹੈਗਾ, ਪੈਰ ਨਹੀਂ ਹੈਗਾ, ਪਰ ਮੈਂ ਫਿਰ ਵੀ ਲੋਕਾਂ ਲਈ ਜਾਵਾਂਗਾ? ਸਰ ਇਹ ਤਾਂ ਹਿੰਮਤ ਹੈ, ਠੀਕ ਹੈ ਨਾ ਸਰ। ਮੈਂ ਤਾਂ ਸਰ ਦੀ ਦਿਲੋਂ ਤਾਰੀਫ ਕਰਦੀ ਹਾਂ, ਪਰ ਮੈਨੂੰ ਜ਼ਿੰਦਗੀ 'ਚ ਇੱਦਾਂ ਦਾ ਕੋਈ ਹੈ ਨਹੀਂ ਕਿ ਮੈਂ ਇੰਸੀਡੈਂਸ ਹੋਵੇ ਔਰ ਮੈਂ ਉੱਠ ਸਕਾਂਗੀ, ਠੀਕ ਹੈ ਨਾ ਸਰ। ਮੈਂ ਹਿੰਮਤ ਮੰਨਦੀ ਹਾਂ ਸਰ ਦੀ ਕਿ ਉਹਨਾਂ ਨੇ ਇੰਨੇ ਵੱਡੇ ਇੰਸੀਡੈਂਸ ਤੋਂ ਬਾਅਦ ਇਹਨਾਂ ਬੱਚਿਆਂ ਬਾਰੇ ਕੁਝ ਸੋਚਿਆ, ਗਰੀਬ ਬੱਚਿਆਂ ਬਾਰੇ ਕੁਝ ਸੋਚਿਆ। ਜੀ, ਕੋਈ ਸੁਨੇਹਾ ਦੇ ਦਿਓ ਖਰੜ ਦੇ ਵਿੱਚ, ਅਗਰ ਜੇ ਕੋਈ ਬੱਚੇ ਤੁਹਾਡੇ ਕੋਲ ਆਉਂਦੇ ਨੇ ਤਾਂ ਜੇ ਪੇਰੈਂਟਸ ਆਉਂਦੇ ਨੇ ਤਾਂ ਕੀ ਇੱਛਾ ਲੈ ਕੇ ਆਉਂਦੇ ਤੁਹਾਡੇ ਕੋਲ? ਸਰ ਪੇਰੈਂਟਸ ਦਾ ਤਾਂ ਇਹੀ ਹੈ ਕਿ ਬੱਚੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ, ਠੀਕ ਹੈ ਨਾ, ਔਰ ਨਵੋਦਿਆ ਦਾ ਐਂਟਰੈਂਸ ਐਗਜ਼ਾਮ ਹੈ ਜੋ ਵੀ, ਉਹ ਟੈਸਟ ਕਲੀਅਰ ਕਰਨ ਔਰ ਨਵੋਦਿਆ 'ਚ ਪੜ੍ਹਨ। ਕਈ ਪੇਰੈਂਟਸ ਤਾਂ ਇੰਨਾ ਬੱਚਿਆਂ ਨੂੰ ਈਵਨ ਕਿ ਉਹ ਸਪੋਰਟ ਕਰ ਰਹੇ ਨੇ ਕਿ ਇੱਕ ਦਿਨ ਵੀ ਉਹਨਾਂ ਨੇ ਛੁੱਟੀ ਨਹੀਂ ਕਰਵਾਈ ਹੈਗੀ। ਜਿਵੇਂ ਆਸ਼ੀਸ਼, ਮੈਂ ਕਹਿ ਰਹੀ ਹਾਂ, ਦਲਜੀਤ, 2 ਬੱਚੇ ਤਾਂ ਇੱਦਾਂ ਨਹੀਂ, ਬਿਲਕੁਲ ਇਹਨਾਂ ਨੇ ਛੁੱਟੀ ਨਹੀਂ ਕੀਤੀ ਜਦੋਂ ਦੀ ਅਵੇਅਰਨੈਸ ਮਿਸ਼ਨ। ਕੀ ਨਾਮ ਹੈ ਬੱਚੇ? ਮੇਰਾ ਨਾਮ ਜਗਪ੍ਰੀਤ ਹੈ ਸਰ। ਜਗਪ੍ਰੀਤ, ਕਿੰਨੇ ਸਮੇਂ ਤੋਂ ਪੜ੍ਹਦੇ ਹੋ? ਮੈਨੂੰ ਸਰ ਇੱਕ ਮਹੀਨਾ ਹੋ ਗਿਆ। 1 ਮਹੀਨਾ ਹੋ ਗਿਆ। ਕਿਵੇਂ ਲੱਗਦਾ ਸਰ ਪੜ੍ਹਾਉਂਦੇ ਤੇ? ਮੈਨੂੰ ਬਹੁਤ ਵਧੀਆ ਲੱਗਦਾ। ਮਤਲਬ ਕੀ ਕੁਝ ਫ੍ਰੀ ਦੇ ਵਿੱਚ ਦਿੰਦੇ ਆ ਤੁਹਾਨੂੰ, ਤੇ ਕਦੇ ਕੁਝ ਫੀਲ ਤਾਂ ਨਹੀਂ ਹੁੰਦਾ ਵੀ ਅਸੀਂ ਪੜ੍ਹਦੇ ਹਾਂ ਤਾਂ ਬਹੁਤ ਅੱਛਾ ਹੈ? ਸਾਨੂੰ ਬਹੁਤ ਵਧੀਆ ਲੱਗਦਾ ਪੜ੍ਹਨਾ। ਮੈਂ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ ਗਾ। ਮੈਨੂੰ ਸਰ ਵੀ ਬਹੁਤ ਵਧੀਆ ਲੱਗਦੇ ਆ। ਡਾਕਟਰ ਬਣਨਾ ਚਾਹੁੰਦੇ? ਹਾਂਜੀ। ਪਰ ਇੱਕ ਵਾਰ ਜੇ ਦੇਖਿਆ ਜਾਵੇ ਸਰ ਦੀ ਲੱਤ ਨਹੀਂ ਹੈਗੀ, ਪੈਰ ਨਹੀਂ ਹੈਗਾ, ਤਾਂ ਕਦੇ ਸੋਚਿਆ ਵੀ ਮੈਂ ਜੇ ਡਾਕਟਰ ਬਣ ਗਿਆ ਤਾਂ ਮੈਂ ਜ਼ਰੂਰ ਸਰ ਦੇ ਲਈ ਉਹ ਸੋਚਾਂਗਾ, ਕਰਾਂਗਾ? ਹਾਂਜੀ, ਮੈਂ ਸੋਚਿਆ ਸੀਗਾ ਜਿਹੜੇ ਗਰੀਬ ਬੱਚੇ ਆ ਉਹਨਾਂ ਦੀਆਂ ਲੱਤਾਂ ਵਗੈਰਾ ਸਹੀ ਨਹੀਂ ਗਿਆ, ਉਹਨਾਂ ਲਈ ਤਾਂ ਮੈਂ ਡਾਕਟਰ ਬਣਨਾ ਚਾਹੁੰਦਾ ਗਾ। ਅੱਛਾ, ਕੀ ਬਾਤ ਹੈ। ਤੂੰ ਕੀ ਬਣਨਾ ਚਾਹੁੰਦਾ ਬਈ? ਮੈਂ ਆਰਮੀ ਜੁਆਇਨ ਕਰਨਾ ਚਾਹੁੰਦਾ। ਆਰਮੀ ਜੁਆਇਨ ਕਰਨਾ। ਤੇ ਮਤਲਬ ਸਭ ਦਾ ਪਿਆਰ ਕਿਵੇਂ ਮਿਲਦਾ ਇੱਥੇ? ਚੰਗਾ ਪਿਆਰ ਮਿਲਦਾ। ਮਤਲਬ ਡਰ ਤਾਂ ਨਹੀਂ ਲੱਗਦਾ ਵੀ ਸਰ ਪੁਲਿਸ ਵਾਲੇ ਨੇ? ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੇਰਾ ਨਾਮ ਰਮੇਸ਼ ਹੈ ਤੇ ਰਾਮਦਿਆਲ ਸਰ ਜੀ ਥੋੜ੍ਹੇ ਸਮੇਂ ਤੋਂ ਮੈਂ ਇਹਨਾਂ ਦੇ ਨਾਲ ਅਟੈਚ ਹੋਇਆ ਤੇ ਇਹਨਾਂ ਦੀ ਸਪਿਰਿਟ ਦੇਖ ਕੇ ਮਤਲਬ ਇੱਕ ਅੰਦਰ ਜੋਸ਼ ਜਿਹਾ ਪੈਦਾ ਹੋਇਆ ਕਿ ਇੱਕ ਮਤਲਬ ਇਸ ਪੋਜੀਸ਼ਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਅਣਥੱਕ ਮਿਹਨਤ, ਉਹ ਸਵੇਰੇ 5 ਵਜੇ ਨਿਕਲ ਪੈਂਦੇ ਆ, ਕਈ ਵਾਰ 4 ਵਜੇ ਨਿਕਲ ਜਾਂਦੇ। ਬਹੁਤ ਦੂਰ ਤੱਕ ਜਾਣਾ, ਪਠਾਨਕੋਟ ਤੱਕ, ਪਠਾਨਕੋਟ, ਹੁਸ਼ਿਆਰਪੁਰ, ਟਾਂਡਾ ਔਰ ਬਹੁਤ ਸਾਰੇ ਡਿਸਟ੍ਰਿਕਾਂ 'ਚ ਇਹਨਾਂ ਦਾ ਕੰਮ ਜਿਹੜਾ ਚੱਲਦਾ। ਮੈਂ ਦੇਖ ਕੇ ਬਹੁਤ ਹੈਰਾਨ ਹੋ ਗਿਆ ਤੇ ਇਹ ਕਹਿੰਦੇ ਵੀ ਆਪਾਂ ਇੱਦਾਂ ਕਰਨਾ ਹੈ, ਵੀ ਬੱਚਿਆਂ ਦੇ ਨਾਲ ਜਾਣਾ ਹੈ, ਠੀਕ ਹੈ, ਬਿਨਾਂ ਕੁਛ ਖਾਧੇ ਪੀਤੇ, ਰਾਹ ਦੇ ਵਿੱਚ ਪਾਣੀ ਦੀ ਵੀ ਲੋੜ ਨਹੀਂ ਹੈ। ਕਹਿੰਦੇ ਕੋਈ ਪ੍ਰੋਬਲਮ ਨਹੀਂ, ਆਪਾਂ ਪਾਣੀ ਨਹੀਂ ਤਾਂ ਕਿਤੇ ਹੋਰ ਲੈ ਕੇ ਪੀ ਲਾਂਗੇ। ਆਪਾਂ ਉੱਥੇ ਬੱਚਿਆਂ ਤੱਕ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਬੱਚਿਆਂ ਦਾ ਟਾਈਮਿੰਗ ਹੁੰਦਾ ਸੀ, ਕਿਉਂਕਿ ਕਹਿੰਦੇ ਜੀ 12 ਵਜੇ ਤੱਕ ਟਾਈਮਿੰਗ ਆ ਤੇ ਹੁਣ 300 ਕਿਲੋਮੀਟਰ ਪਠਾਨਕੋਟ ਜਾਂਦਾ। ਇੱਕ ਦਿਨ ਦੇ ਵਿੱਚ ਉਹ ਸਵੇਰ ਤੋਂ ਸ਼ੁਰੂ ਹੁੰਦੇ ਆ 5 ਵਜੇ ਤੋਂ, ਤੇ ਆਪਾਂ ਇਹ ਕਹਿ ਲਓ ਕਿ 12 ਵਜੇ ਤੱਕ ਉਹ ਘੱਟੋ ਘੱਟ 8-10 ਸੈਂਟਰ ਕਰ ਦਿੰਦੇ ਆ। ਤੇ ਮੈਂ ਦੇਖ ਕੇ ਹੈਰਾਨ, ਇੰਨੀ ਸਪਿਰਿਟ। ਅਸੀਂ ਬਿਲਕੁਲ ਰੱਬ ਨੇ ਸਾਨੂੰ ਇੰਨਾ ਵਧੀਆ ਸਰੀਰ ਦਿੱਤਾ, ਅਸੀਂ ਉਹਦੇ ਬਾਵਜੂਦ ਵੀ ਇੰਨੀ ਮਿਹਨਤ ਨਹੀਂ ਕਰ ਸਕਦੇ। ਤਾਂ ਬਹੁਤ ਖੁਸ਼ੀ ਹੋਈ। ਸਪੈਸੀਫਿਕ ਮੈਂ ਇਹਨਾਂ ਦਾ ਕੰਮ ਇਹ ਚੰਗਾ ਲੱਗਿਆ ਕਿ ਜਿਹੜੇ ਗਰੀਬ ਵਰਗ ਆ, ਗਰੀਬ ਤਬਕਾ ਆ, ਜਿਹਦੇ ਵੱਲ ਕਿਸੇ ਦਾ ਵਿਚਾਰ ਹੀ ਧਿਆਨ ਹੀ ਨਹੀਂ ਜਾਂਦਾ, ਕਿਉਂਕਿ ਉੱਥੋਂ ਆਪਾਂ ਨੂੰ ਰਿਵਰਟ ਬੈਕ ਕੁਛ ਮਿਲਦਾ ਨਹੀਂ ਆ। ਠੀਕ ਹੈ, ਜਿਹੜੀ ਸੇਵਾਵਾਂ ਲੋਕ ਕਰਦੇ ਨੇ ਮੋਸਟਲੀ ਉਹਨਾਂ ਨੂੰ ਇਹ ਹੁੰਦਾ ਵੀ ਸ਼ਾਇਦ ਕੋਈ ਰਿਵਰਟ ਬੈਕ ਕੁਛ ਉਹਨਾਂ ਨੂੰ ਆਊਟਪੁੱਟ ਮਿਲ ਜਾਂਦੇ। ਇਹ ਗਰੀਬ ਬੱਚੇ ਹੈ, ਕੋਈ ਡਰਾਈਵਰ ਦਾ ਹੈ, ਕੋਈ ਫਾਦਰ ਮਾਲੀ ਹੈ, ਕੋਈ ਕੁਛ ਹੈ, ਕੋਈ ਵਰਕਰ ਹੈ, ਲੇਬਰਰ ਹੈ, ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਇਹ ਇਨਸਾਨ ਨੂੰ, ਮੈਂ ਸ਼ਖਸ ਨੂੰ ਦੇਖ ਕੇ ਹੈਰਾਨ ਹੈ ਕਿ ਇਹ ਇੰਨੀ ਜ਼ਿਆਦਾ ਮਿਹਨਤ ਨਾਲ ਕਰ ਰਹੇ। ਅਤੇ ਮੈਂ ਪੁੱਛਿਆ ਵੀ ਤੁਸੀਂ ਸਰ ਇਹਨਾਂ ਦਾ ਮੈਂ ਪਰਪਜ਼ ਕੀ ਹੈ, ਕਿੱਦਾਂ ਕਰ ਰਹੇ? ਇਹ ਅਲੱਗ-ਅਲੱਗ ਡਿਸਟ੍ਰਿਕਾਂ 'ਚ ਜਾਂਦੇ ਨੇ ਸਰ, ਅਤੇ ਉੱਥੇ ਜਿਹੜੇ ਗਰੀਬ ਬੱਚਿਆਂ ਦੇ ਆ ਉਹਨਾਂ ਨੂੰ ਮਤਲਬ ਫ੍ਰੀ ਐਜੂਕੇਸ਼ਨ ਦਿੰਦੇ ਨੇ, ਤਾਂ ਕਿ ਜਿਹੜੀ ਗੌਰਮੈਂਟ ਦੀ ਚਲਾਈ ਹੋਈ ਸਕੀਮ ਹੈ ਨਵੋਦਿਆ ਦੀ,
ਤਾਂ ਕਿ ਮੈਕਸਿਮਮ ਬੱਚਿਆਂ ਦਾ ਉਹਨਾਂ ਦੇ ਵਿੱਚੋਂ ਸਿਲੈਕਸ਼ਨ ਹੋ ਸਕੇ ਜੀ, ਤਾਂ ਕਿ ਇੱਕ ਮਾਂ-ਬਾਪ ਦਾ ਇਹ ਸਹਾਰਾ ਬਣ ਸਕਣ, ਠੀਕ ਹੈ ਨਾ। ਕਿਉਂਕਿ ਅੱਜ ਦੀ ਡੇਟ 'ਚ ਜਿਹੜਾ ਫਾਈਨੈਂਸ਼ੀਅਲ ਬਰਡਨ ਸਭ ਤੋਂ ਵੱਡਾ ਬਰਡਨ ਹੈ। ਅੱਜ ਦੀ ਡੇਟ 'ਚ ਬੱਚੇ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੋ ਗਿਆ, ਠੀਕ ਹੈ। ਇੱਕ ਗਰੀਬ ਮਾਂ-ਬਾਪ ਇੰਨਾ ਸੋਚ ਵੀ ਨਹੀਂ ਸਕਦਾ ਕਿ ਮੈਂ ਬੱਚੇ ਨੂੰ ਇੰਨੀ ਉੱਪਰ ਤੱਕ ਦੇ। ਇਹ ਕੁਆਲਿਟੀ ਐਜੂਕੇਸ਼ਨ ਗਵਰਨਮੈਂਟ ਇੰਸਟੀਟਿਊਸ਼ਨਾਂ 'ਚੋਂ ਅਗਰ ਮਿਲ ਰਹੀ ਹੈ ਤਾਂ ਬਹੁਤ ਅੱਛੀ ਗੱਲ ਹੈ, ਔਰ ਸਰ ਦਾ ਐਫਰਟਸ ਕਾਬਲੇ ਤਾਰੀਫ ਹੈ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨੂੰ ਪਤਾ ਕੋਈ ਗੁਰਮੁਖ ਪਿਆਰੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਪਰ ਅਪਕਾਰ ਨਿਤ ਚਿਤਬਤੇ ਨਾ ਹੀ ਕਿਛ ਪੋਚ ਨਵਾ ਘਾਟੇ ਦਾ। ਇੱਕ ਇਹੋ ਜਿਹੇ ਗੁਰਮੁਖ ਪਿਆਰੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਪਰ ਅਪਕਾਰਾਂ ਦੇ ਹੜ ਚੱਲਦੇ ਹੁੰਦੇ ਆ। ਉਹ ਪਰਪਕਾਰ ਨੂੰ ਲੈਂਦੇ ਗੁਰਮੁਖ ਪਿਆਰੇ ਭਾਈ ਰਾਮਦਿਆਲ ਜੀ, ਜਿਨ੍ਹਾਂ ਦੇ ਅੰਦਰ ਬੜਾ ਪਰਪਕਾਰ ਹੈ ਬੱਚਿਆਂ ਦੀ ਖਾਤਰ, ਬੱਚਿਆਂ ਦੀ ਵਿੱਦਿਆ ਦੀ ਖਾਤਰ, ਹੋਰ ਬੇਅੰਤ ਪਰਪਕਾਰ, ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ, ਬੱਚਿਆਂ ਨੂੰ ਧਰਮ ਦੀ ਸੇਧ ਦੇਣੀ, ਹੋਰ ਬੜੇ ਇਹਨਾਂ ਦੇ ਅੰਦਰ ਪਰਪਕਾਰ ਹੈ। ਕਈ ਵਾਰੀ ਬੱਚਿਆਂ ਨੂੰ ਸੁਚੇਤ ਕਰਨ ਵਾਸਤੇ, ਉਹਨਾਂ ਦੇ ਅੰਦਰ ਜਾਗਰਤਾ ਪੈਦਾ ਕਰਨ ਵਾਸਤੇ ਭਗਤ ਸਿੰਘ ਦੇ ਪਿੰਡ ਲੈ ਕੇ ਜਾਂਦੇ ਆ ਬੱਚਿਆਂ ਨੂੰ। 1600 ਬੱਚਾ ਲੈ ਕੇ ਜਾਣਾ, ਫਿਰ ਉਹਨਾਂ ਨੂੰ ਦਸਤਾਰਾਂ ਦੇਣੀਆਂ, ਉਹਨਾਂ ਨੂੰ ਕਾਪੀਆਂ, ਉਹਨਾਂ ਨੂੰ ਕਿਤਾਬਾਂ ਦੇਣੀਆਂ, ਤੇ ਫਿਰ ਮੇਰੇ ਵਰਗੇ ਗਰੀਬ ਬੰਦੇ ਦੀ ਡਿਊਟੀ ਵੀ ਲਾ ਦੇਣੀ ਵੀ ਤੁਸੀਂ ਉੱਥੇ ਲੰਗਰ ਲਾਇਓ। ਸਾਡੇ ਵਰਗੇ ਸਧਾਰਨ ਬੰਦੇ ਦੀ ਨਾ ਭਾਈ ਰਾਮਦਿਆਲ ਜੀ ਕਹਿੰਦੇ ਆ ਭਈ ਉੱਥੇ ਤੁਸੀਂ ਲੰਗਰ ਦਾ ਪ੍ਰਬੰਧ ਕਰਿਓ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਭਈ ਇਹੋ ਜਿਹੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਅੰਦਰ ਇੰਨੇ ਪਰਪਕਾਰ ਹੈ, ਇੰਨੇ ਬੱਚਿਆਂ ਤੇ ਸਾਧ ਸੰਗਤ ਮਦਦ ਕਰਦੇ ਆ, ਕਿਸੇ ਨੂੰ ਕੱਪੜਿਆਂ ਦੀ, ਕਿਸੇ ਨੂੰ ਬੂਟਾਂ ਦੀ, ਕਿਸੇ ਨੂੰ ਕਿਤਾਬਾਂ ਦੀ, ਕਿਸੇ ਨੂੰ ਕਾਪੀਆਂ ਦੀ। ਇਹੋ ਜਿਹੇ ਗੁਰਮੁਖ ਪਿਆਰਿਆਂ ਤੋਂ ਰਾਹ ਲੈਣਾ ਚਾਹੀਦਾ। ਸਾਡੇ ਅੰਦਰ ਵੀ ਕੋਈ ਨਾ ਕੋਈ ਪਰਪਕਾਰ ਦਾ ਮਾਦਾ ਬਣੇ, ਅਸੀਂ ਵੀ ਇਹਨਾਂ ਨੂੰ ਕੋਈ ਨਾ ਕੋਈ ਪਰਪਕਾਰ ਕਰੀਏ ਤੇ ਅਸੀਂ ਵੀ ਆਪਦੀ ਜ਼ਿੰਦਗੀ ਨੂੰ ਸਫਲਾ ਕਰੀਏ। ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਿਸ਼ਨ ਅਵੇਅਰ ਦੇ ਮੈਂਬਰ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਅਵੇਅਰਨੈਸ ਕੀਤੀ ਜਾ ਰਹੀ ਹੈ। ਸਰ ਦੇ ਨਾਲ ਜੁੜ ਕੇ ਗੱਲਬਾਤ ਕਰਦੇ ਹਾਂ। ਸਰ ਸਵਾਗਤ ਹੈ ਪਹਿਲਾਂ ਤੁਹਾਡਾ ਦਾ ਸਪੋਕਸਮੈਨ। ਧੰਨਵਾਦ ਜਗਸੀਰ ਜੀ। ਅਸੀਂ ਮਿਸ਼ਨ ਅਵੇਅਰਨੈਸ ਨਾਲ ਲੱਗੇ ਹੋਏ ਹਾਂ। ਇਹ ਇੰਸਪੈਕਟਰ ਰਾਮਦਿਆਲ ਨੇ ਇਸ ਨੂੰ ਕਿੰਨੇ ਸਾਲਾਂ ਤੋਂ ਲੱਗੇ ਹੋਏ। ਇਹਨਾਂ ਦਾ ਮੇਨ ਮਿਸ਼ਨ ਇਹ ਹੈ ਵੀ ਜੋ ਗਰੀਬ ਬੱਚੇ ਨੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਮਿਲੇ, ਮਿਆਰੀ ਸਿੱਖਿਆ ਲੈ ਕੇ ਇਹ ਵਧੀਆ ਲਾਈਫ ਦੇ ਵਿੱਚ ਰਾਈਜ਼ ਕਰਨ। ਮੇਨ ਜਿਹੜਾ ਹੈ ਨਾ ਜੀ, ਜਿਹੜੀ ਐਜੂਕੇਸ਼ਨ ਹੈ ਉਹ ਹੀ ਇੱਕ ਹਿਊਮਨ ਸੋਰਸ ਡਿਵੈਲਪਮੈਂਟ ਹੈ। ਜਿਨ੍ਹਾਂ ਬੱਚਿਆਂ ਨੂੰ ਵਧੀਆ ਕੁਆਲਿਟੀ ਐਜੂਕੇਸ਼ਨ ਮਿਲ ਜਾਂਦੀ ਹੈ ਉਹ ਮਤਲਬ ਬੱਚੇ ਅੱਗੇ ਲੰਘ ਜਾਂਦੇ ਆ। ਇਹ ਪੰਜਵੀਂ ਦੇ ਬੇਸ ਪਰ ਜਿਹੜੇ ਬੱਚੇ ਹੈ ਇਹ ਤਾਂ ਕਿ ਇਹ ਜਿਹੜੇ ਹੈ ਨਾ ਮਤਲਬ ਇੱਥੇ ਇਹਦੀ ਤਿਆਰੀ ਕਰਾ ਕੇ ਇਹ ਜਿਹੜੇ ਸਕੂਲ ਨੇ ਮਤਲਬ ਨਵੋਦਿਆ ਵਿਦਿਆਲਿਆ ਵਿੱਚ ਇਹ ਅੱਗੇ ਐਡਮਿਸ਼ਨ ਲੈ ਸਕਣ, ਫ੍ਰੀ ਵਿੱਦਿਆ ਪੜ੍ਹ ਸਕਣ। ਇਹ ਮਤਲਬ ਇੰਸਪੈਕਟਰ ਰਾਮਦਿਆਲ ਜੀ ਦਾ ਬਹੁਤ ਵੱਡਾ ਦੇਣ ਹੈ। ਹਾਲਾਂਕਿ ਇਹਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਪਰ ਫਿਰ ਵੀ ਦੌੜੇ ਭੱਜੇ ਫਿਰਦੇ ਹੈ। ਅਤੇ ਇਸ ਤੋਂ ਅਸੀਂ ਬਹੁਤ ਮਤਲਬ ਹੌਸਲਾ ਵਧਾਈ ਸਾਨੂੰ ਹੁੰਦੀ ਹੈ। ਜੇ ਕਈ ਵਾਰ ਸਾਡਾ ਸਰੀਰ ਕਮਜ਼ੋਰ ਹੁੰਦਾ ਹੈ ਅਸੀਂ ਇਹਨਾਂ ਨੂੰ ਦੇਖ ਕੇ ਤਕੜੇ ਹੋ ਜਾਂਦੇ ਹਾਂ। ਹਾਂ, ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹੀ ਜੋ ਗਰੀਬ ਬੱਚੇ ਨੇ ਇਹਨਾਂ ਵਾਸਤੇ ਇੱਕ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਬਣਿਆ ਹੈ, ਜਿਸ ਤਹਿਤ ਘੱਟੋ ਘੱਟ 25% ਸੀਟਾਂ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਪ੍ਰਾਈਵੇਟ ਅਨਏਡਡ ਸਕੂਲਾਂ ਦੇ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਤੱਕ ਫ੍ਰੀ ਹੈ। ਇਹ ਐਕਟ ਜਿਹੜਾ ਹੈ ਨਾ ਪੂਰੇ ਇੰਡੀਆ 'ਚ ਲਾਗੂ ਹੋ ਗਿਆ। ਇਕੱਲਾ ਹੀ ਸਾਡਾ ਪੰਜਾਬ ਸੂਬਾ ਰਹਿ ਗਿਆ ਜਿਹੜਾ ਇੱਕ ਵੀ ਬੱਚਾ ਇਸ ਵਿੱਚ ਦਾਖਲ ਨਹੀਂ ਹੋਇਆ। ਕਾਰਨ ਇਹ ਵੀ ਉਸ ਸਮੇਂ ਦੀ ਜੋ ਗੌਰਮੈਂਟ ਸੀ, ਬਾਦਲ ਗੌਰਮੈਂਟ ਸੀ, ਉਹਨੇ ਨੋਟੀਫਿਕੇਸ਼ਨ ਡਿਫੈਕਟਿਵ ਕੀਤੀ, ਅਨਕਨਸਟੀਟਿਊਸ਼ਨਲ ਕੀਤੀ ਔਰ 2 ਵਿਦਿਅਕ ਵਰ੍ਹੇ ਲੰਘੇ ਉਸ ਤੋਂ ਬਾਅਦ ਕੀਤੀ। 1/4/2010 ਤੋਂ ਲਾਗੂ ਸੀ ਇਹ, 1/4/2010 ਦਾ, 1/4/2011 ਦਾ ਨੋਟੀਫਿਕੇਸ਼ਨ ਕੀਤੀ 10/10/2011 ਨੂੰ। ਅਤੇ ਲੱਖਾਂ ਬੱਚੇ ਮੈਰੀ ਸਿੱਖਿਆ ਤੋਂ ਨਾ ਵਾਂਝੇ ਰਹਿ ਗਏ। ਠੀਕ ਹੈ ਜੀ। ਇਹ ਮਤਲਬ ਬੜੀ ਹੈਰਾਨੀ ਦੀ ਗੱਲ ਹੈ ਵੀ ਇਕੱਲਾ ਪੰਜਾਬ ਸੂਬਾ ਹੀ ਰਹਿ ਗਿਆ। ਅਤੇ ਹੁਣ ਨਵੀਂ ਜਿਹੜੀ ਸਰਕਾਰ ਹੈ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਸਰਕਾਰ ਨੋਟੀਫਿਕੇਸ਼ਨ ਸੋਧ ਕਰਕੇ ਜਿਹੜਾ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਲਾਗੂ ਹੋ ਗਿਆ ਪੂਰੇ ਇੰਡੀਆ 'ਚ, ਪੰਜਾਬ ਵਾਂਝਾ ਕਿਉਂ ਰਹਿ ਜਾਵੇ। ਮਾਨ ਗੌਰਮੈਂਟ ਸਾਹਿਬ ਨੂੰ, ਮਾਨ ਸਾਹਿਬ ਨੂੰ
ਬੇਨਤੀ ਹੈ, ਕੇਜਰੀਵਾਲ ਸਾਹਿਬ ਨੂੰ ਬੇਨਤੀ ਹੈ ਵੀ ਡਾਕਟਰ ਅੰਬੇਦਕਰ ਸਾਹਿਬ ਨੇ ਵੀ ਕਿਹਾ ਸੀ ਵੀ ਕੁਆਲਿਟੀ ਐਜੂਕੇਸ਼ਨ ਜਿਹੜੀ ਹੈ ਨਾ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਸੋ ਸਾਡੀ ਬੇਨਤੀ ਹੈ ਤੁਹਾਡੇ ਥਰੂ ਪੰਜਾਬ ਸਰਕਾਰ ਨੂੰ ਵੀ ਸਿੱਖਿਆ ਦਾ ਅਧਿਕਾਰ ਕਾਨੂੰਨ ਨੂੰ ਹੂਬਹੂ ਲਾਗੂ ਕੀਤਾ ਜਾਵੇ ਅਤੇ ਘੱਟੋ ਘੱਟ 25% ਸੀਟਾਂ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਪ੍ਰਾਈਵੇਟ ਅਨਐਡਡ ਸਕੂਲਾਂ 'ਚ ਫ੍ਰੀ ਪੜ੍ਹਾਈਆਂ ਜਾਣ। ਇਹ ਹੈ ਕੀ ਚੀਜ਼, ਜਿਸ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਮਿਲੇਗੀ ਉਹ ਜਿਵੇਂ ਛੂੰ ਕਰਕੇ ਉੱਪਰ ਨੂੰ ਜਾਂਦਾ ਨਾ ਰਾਕਟ, ਐਕਣ ਵਧਣਗੇ ਉਹ ਫਿਰ ਬੱਚੇ। ਗਰੀਬੀ ਜਿਹੜੀ ਹੈ ਨਾ ਇਹ ਨਹੀਂ ਰੋਕ ਸਕਦੀ, ਮੇਨ ਤਾਂ ਕੁਆਲਿਟੀ ਐਜੂਕੇਸ਼ਨ ਹੈ। ਉਹ ਬੱਚੇ ਜਿਹੜੇ ਹੈ ਨਾ ਡਾਕਟਰ, ਇੰਜੀਨੀਅਰ, IAS ਅਫਸਰ, IPS ਅਫਸਰ ਬਣਨਗੇ। ਸੋ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਵੀ ਇਸ ਇਸ਼ੂ ਨੂੰ ਖਾਸ ਧਿਆਨ ਰੱਖਿਆ ਜਾਵੇ। ਤੁਸੀਂ ਕੀ ਕਹਿਣਾ ਚਾਹੋਗੇ ਸਰ? ਮੈਂ ਹਰਨੇਕ ਸਿੰਘ ਚੁੰਨੀ, ਮੈਂਬਰ ਅਵੇਅਰਨੈਸ ਇੰਡੀਆ ਮਿਸ਼ਨ। ਮੈਂ 5 ਸਾਲ ਪਹਿਲਾਂ TV ਤੇ ਪ੍ਰੋਗਰਾਮ ਦੇਖਿਆ ਰਾਮਦਿਆਲ ਸਰ ਦਾ। ਜਦੋਂ ਮੈਂ ਦੇਖਿਆ ਇੱਕ ਆਪ ਅਪਾਹਜ ਇਨਸਾਨ ਇੱਕ ਅਪਾਹਜ ਸਮਾਜ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਦਾ ਮਿਸ਼ਨ ਲੈ ਕੇ ਚੱਲਿਆ ਹੋਇਆ ਹੈ, ਤਾਂ ਮੈਂ ਇਹਨਾਂ ਨੂੰ ਜੁਆਇਨ ਕੀਤਾ ਔਰ ਮੈਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਗਿਆ। ਬਿਲਕੁਲ ਗਰੀਬ ਲਾਚਾਰ ਲੋਕਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਜਿਹੜੀ ਐਜੂਕੇਸ਼ਨ ਉਹਨਾਂ ਲੋਕਾਂ ਨੂੰ ਕਿਸੇ ਮੁਕਾਮ 'ਤੇ ਪਹੁੰਚਾ ਸਕਦੀ ਹੈ, ਉਸ ਮਿਸ਼ਨ ਕਰਕੇ ਮੈਂ ਇਹਨਾਂ ਦੇ ਨਾਲ ਜੁੜਿਆ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਗੁਰੂ ਰਵਿਦਾਸ ਜੀ ਨੇ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਵਿਦਿਆ ਤੋਂ ਬਿਨਾਂ ਮਨੁੱਖ ਦੀ ਬੁੱਧੀ ਭ੍ਰਿਸ਼ਟ ਹੈ, ਡਿਵੈਲਪ ਨਹੀਂ ਹੋ ਸਕਦੀ। ਡਾਕਟਰ ਅੰਬੇਡਕਰ ਸਾਹਿਬ ਕਹਿੰਦੇ ਵੀ ਐਜੂਕੇਸ਼ਨ ਉਹ ਖਿੜਕੀ ਹੈ ਜਿਸ ਰਾਹੀਂ ਅਸੀਂ ਦੁਨੀਆ ਨੂੰ ਸਮਾਜਿਕ, ਆਰਥਿਕ ਔਰ ਧਾਰਮਿਕ ਪੱਖ ਤੋਂ ਵੇਖ ਕੇ ਇੱਕ ਨਜ਼ਰੀਆ ਤੈਅ ਕਰ ਸਕਦੇ ਹਾਂ ਔਰ ਅਸੀਂ ਆਪਣੇ ਮੁਕਾਮ 'ਤੇ ਜਾ ਸਕਦੇ ਹਾਂ। ਬਹੁਤ ਸ਼ੁਕਰੀਆ। ਮੁਕਾਮ 'ਤੇ ਜਾ ਸਕਦੇ ਹਾਂ, ਪਰ ਤੁਹਾਡੀ ਸਭ ਨਾਲ ਗੱਲ ਕਰਾਈ। ਜੇ ਗੱਲ ਕੀਤੀ ਜਾਵੇ ਪਹਿਲਾਂ ਬੱਚਿਆਂ ਨਾਲ ਗੱਲਬਾਤ ਕਰਾਈ, ਬੱਚੇ ਬਹੁਤ ਵੱਡੇ ਮੈਸੇਜ ਦੇ ਰਹੇ ਨੇ ਕਿ ਅਸੀਂ ਜਿਵੇਂ ਅੱਜ ਸਾਡੇ ਸਰ ਦੇ ਪੈਰ ਨਹੀਂ ਹੈਗੇ, ਅਸੀਂ ਵੀ ਵੱਡੇ ਹੋ ਕੇ ਡਾਕਟਰ ਬਣਾਂਗੇ, ਤਾਂ ਅਸੀਂ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ ਉਹਨਾਂ ਲਈ ਵੱਡੀ ਮਿਸਾਲ ਬਣਾਂਗੇ, ਤਾਂ ਉਹਨਾਂ ਲਈ ਫ੍ਰੀ ਸੇਵਾ ਕਰਾਇਆ ਕਰਾਂਗੇ। ਟੀਚਰ ਨਾਲ ਗੱਲ ਕਰਾਈ, ਮਾਪੇ ਨਾਲ ਗੱਲਬਾਤ ਕਰਾਈ, ਮੈਂਬਰਾਂ ਨਾਲ ਗੱਲਬਾਤ ਕਰਾਈ, ਤਾਂ ਸਰ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਕਰਾਈ, ਸਾਰੀ ਕਹਾਣੀ ਸਾਂਝੀ ਕੀਤੀ ਹੈ ਤੁਹਾਡੇ ਨਾਲ। ਤੁਹਾਨੂੰ ਇਸ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਵੀ ਆਪਣੇ ਵਿਚਾਰ ਜੇ ਸਾਡੇ ਨਾਲ ਜੂ ਸਾਂਝੇ ਕਰਿਓ ਕਿ ਬਹੁਤ ਵੱਡੀ ਮਿਸਾਲ ਇੱਕ ਪੰਜਾਬ ਦੇ ਵਿੱਚ ਇੰਸਪੈਕਟਰ ਰਾਮਦਿਆਲ ਜੀ ਜਿਹੜੇ ਬਣੇ ਨੇ, ਚੰਡੀਗੜ੍ਹ ਪੁਲਿਸ ਦੇ ਜਿਹੜੇ ਇੰਸਪੈਕਟਰ ਨੇ, ਤਾਂ ਵਿਚਾਰ ਸਾਡੇ ਨਾਲ ਜੂ ਸਾਂਝੇ ਕਰਿਓ। ਕੈਮਰੇ ਸਹਿਯੋਗ ਦੇ ਸੀ ਰਮਨੀਤ। ਧੰਨਵਾਦ।